ਤਾਂ ਮੈਂ ਇਹ ਦੱਸਣਾ ਚਾਹੁੰਦਾ ਵੀ ਆਪਾਂ ਟਰਾਈ ਤਾਂ ਕਰ ਰਹੇ ਹਾਂ ਬਟ ਟਰਾਈ ਕਰਨ 'ਚ ਟਾਈਮ ਲੱਗੇਗਾ। ਇਸ ਚੀਜ਼ 'ਚ ਚਲੇ ਜਾਣ ਵੀ ਤੁਸੀਂ ਦੇਖੋ ਵੀ ਇਹ ਦੇਸੀ ਮੈਡੀਸਨ ਦਾ ਕੋਈ ਬੈਨੀਫਿਟ ਮਿਲ ਰਿਹਾ। ਪਹਿਲਾਂ ਤਾਂ ਇਹੀ ਮਿਥ ਹੈਗਾ ਵੀ ਕੈਂਸਰ ਹੈ ਤਾਂ ਡੈਡ ਹੈ, ਵੀ ਕੁਝ ਨਹੀਂ ਹੋ ਸਕਦਾ, ਜਿਹੜਾ ਕਿ ਬਿਲਕੁਲ ਹੀ ਗਲਤ ਹੈ। ਕੈਂਸਰ ਦੇ ਕੇਸਿਸ ਵੀ ਵੱਧ ਰਹੇ ਹੈ ਤੇ ਟੈਕਨੋਲੋਜੀ ਵੀ ਐਡਵਾਂਸ ਹੋ ਗਈ ਹੈ। ਅਸੀਂ ਇਹ ਮੰਨਦੇ ਵੀ ਕੈਂਸਰ ਜਿਹੜੀ ਬਿਮਾਰੀ ਹੈ ਜ਼ਿਆਦਾਤਰ ਐਲਡਰਲੀ ਏਜ ਗਰੁੱਪ 'ਚ ਹੁੰਦੀ ਹੈ। ਫਿਰ ਇਮਿਊਨੋਥੈਰੇਪੀ ਆਈ। ਹੁਣ ਜਿਹੜਾ ਏਰਾ ਹੈਗਾ ਉਹ ਇਮਿਊਨੋਥੈਰੇਪੀ ਪਲੱਸ ਕੁਝ ਹੋਰ ADC ਅਸੀਂ ਕਹਿ ਦਿੰਦੇ ਹਾਂ, ਉਹਨਾਂ ਦਾ ਏਰਾ ਹੈ। ਤਾਂ ਅਸੀਂ ਆਪਦੇ ਆਪ 'ਚ ਹੀ ਬੜਾ ਪਿਛਲੇ 20 ਸਾਲਾਂ ਦੇ ਵਿੱਚ ਗਰੋਥ ਦੇਖੀ ਹੈਗੀ ਹੈ, ਜੋ ਕਿ ਸਾਇੰਸ ਲੈ ਕੇ ਆਈ ਹੈ। ਸਤਿ ਸ਼੍ਰੀ ਅਕਾਲ ਜੀ ਐਂਡ ਵੈਲਕਮ ਟੂ ਅਨਦਰ ਐਪੀਸੋਡ ਆਫ ਐਕਸਪਰਟ ਟੱਚ। ਸੋ ਅੱਜ ਆਪਾਂ ਇੱਦਾਂ ਦੇ ਟੌਪਿਕ ਤੇ ਗੱਲ ਕਰਨ ਜਾ ਰਹੇ ਹਾਂ ਜੋ ਕਿ ਇਮੋਸ਼ਨਲ ਤਾਂ ਹੈ ਹੀ ਹੈ ਬਟ ਥੋੜਾ ਜਿਹਾ ਫੇਅਰਫੁਲ ਵੀ ਹੈਗਾ। ਸੋ ਜਦੋਂ ਆਪਾਂ ਕੈਂਸਰ ਬਾਰੇ ਗੱਲ ਕਰਦੇ ਹਾਂ ਤੇ ਇੱਕ ਡਰ ਹੁੰਦਾ ਮਾਈਂਡ 'ਚ ਤੇ ਬਹੁਤ ਸਾਰੇ ਮਿਥਸ ਹੁੰਦੇ ਨੇ। ਸੋ ਅੱਜ ਸਾਡੇ ਨਾਲ ਨੇ ਡਾਕਟਰ ਅਨੁਜ ਕੁਮਾਰ ਬੰਸਲ, DM ਏਮਸ ਨਿਊ ਦਿੱਲੀ, ਜੋ ਕਿ ਨੇ ਮੈਡੀਕਲ ਔਨਕੋਲੋਜਿਸਟ ਐਂਡ ਹੀਮੈਟੋਲੋਜਿਸਟ, ਪੰਜਾਬ ਕੈਂਸਰ ਕੇਅਰ ਹਸਪੀਟਲ ਬਠਿੰਡਾ, ਜੋ ਕਿ ਰੋਜ਼ ਕੈਂਸਰ ਨੂੰ ਡਿਸੀਜ਼ ਨਾਲ ਨਹੀਂ ਇੱਕ ਜਰਨੀ ਨਾਲ ਫੈਮਲੀਜ਼ ਤੇ ਪੇਸ਼ੈਂਟਸ ਨੂੰ ਡੀਲਿੰਗ ਕਰਦੇ ਹਨ। ਡਾਕਟਰ ਸਾਹਿਬ ਵੈਲਕਮ ਟੂ ਦ ਪੋਡਕਾਸਟ। ਥੈਂਕ ਯੂ ਮੈਮ, ਥੈਂਕ ਯੂ। ਡਾਕਟਰ ਸਾਹਿਬ ਸਭ ਤੋਂ ਪਹਿਲਾਂ ਥੋੜਾ ਜਿਹਾ ਪਰਸਨਲ ਸਵਾਲ ਪੁੱਛਣਾ ਚਾਹਨੀ ਹਾਂ ਮੈਂ, ਲਾਈਕ ਵਾਟ ਮੋਟੀਵੇਟਿਡ ਯੂ ਟੂ ਬਿਕਮ ਐਨ ਔਨਕੋਲੋਜਿਸਟ? ਮੈਮ ਮੈਂ ਜੇ ਇਸ ਨੂੰ ਡਿਟੇਲ 'ਚ ਗੱਲ ਕਰਾਂ ਤਾਂ ਮੇਰਾ ਪਹਿਲਾਂ ਤਾਂ ਮੈਡੀਕਲ ਫੀਲਡ ਨਾਲ ਕੋਈ ਇੰਟਰਸਟ ਨਹੀਂ ਸੀਗਾ। ਮੈਂ ਇੰਜੀਨੀਅਰ ਬਣਨਾ ਚਾਹੁੰਦਾ ਸੀਗਾ ਸਕੂਲਿੰਗ ਦੇ ਟਾਈਮ 'ਚ, ਪਰ ਚਲੋ ਜੋ ਡੈਸਟਨੀ ਸੀ ਜਾਂ ਜੋ ਟਾਈਮ ਨਾਲ ਸਿਸਟਮ ਬਣਿਆ ਤਾਂ ਮੈਂ ਮੈਡੀਕਲ ਫੀਲਡ 'ਚ ਆ ਗਿਆ। MBBS ਦੇ ਦੌਰਾਨ ਵੀ ਮੇਰਾ ਕੋਈ ਔਨਕੋਲੋਜਿਸਟ ਦਾ ਕਨੈਕਸ਼ਨ ਨਹੀਂ ਸੀ। MD ਦੇ ਟਾਈਮ ਸਾਡਾ ਇੱਕ ਯੂਨਿਟ ਸੀਗਾ ਜਿੱਥੇ ਕੈਂਸਰ ਪੇਸ਼ੈਂਟਸ ਦੇਖੇ ਜਾਂਦੇ ਸੀ। ਉਹ ਕੈਂਸਰ ਪੇਸ਼ੈਂਟਸ ਨਾਲ ਇੰਨਾ ਜ਼ਿਆਦਾ ਮਤਲਬ ਪਿਆਰ ਬਣਨ ਲੱਗ ਗਿਆ ਕਿਉਂਕਿ ਉਹ ਫੋਲੋਅਪ 'ਤੇ ਆਉਂਦੇ ਰਹਿੰਦੇ ਸੀ, ਰਿਜ਼ਲਟਸ ਆਉਂਦੇ ਸੀ ਤਾਂ ਬੜਾ ਵਧੀਆ ਲੱਗਦਾ ਸੀ। ਉਸ ਟਾਈਮ 'ਤੇ ਇੱਕ ਮੋਟੀਵੇਸ਼ਨ ਮਿਲੀ ਮੈਨੂੰ ਵੀ ਮੈਂ ਸ਼ਾਇਦ ਕੈਂਸਰ 'ਚ ਜਾਵਾਂ। ਫਿਰ ਉਦੋਂ ਬਾਅਦ MD ਤੋਂ ਬਾਅਦ ਇੱਕ ਵਾਰ ਮੈਂ ਕਿਤੇ ਜੌਬ ਕਰ ਰਿਹਾ ਸੀ, ਮੈਨੂੰ ਟਾਟਾ 'ਚੋਂ ਕਾਲ ਆਈ ਬੰਬੇ ਫੈਲੋਸ਼ਿਪ ਵਾਸਤੇ। ਅਤੇ ਫਿਰ ਮੈਂ ਥੋੜ੍ਹਾ ਜਿਹਾ ਇੰਟਰਸਟ ਦਿਖਾਇਆ, ਹਾਲਾਂਕਿ ਮੇਰੇ ਪੇਰੈਂਟਸ ਨੇ ਬੜਾ ਇਸ ਚੀਜ਼ ਨੂੰ ਕਿਹਾ ਵੀ ਕੈਂਸਰ 'ਚ ਨਹੀਂ ਜਾਣਾ ਚਾਹੀਦਾ। ਤਾਂ ਉਸ ਟਾਈਮ 'ਤੇ ਮੈਂ ਫਿਰ ਫਾਈਨਲੀ ਟਾਟਾ ਬੰਬੇ ਚਲਾ ਗਿਆ। ਤਾਂ ਉਹ ਇੱਕ ਸੀਰੀਜ਼ ਜੁੜਦੀਆਂ ਗਈਆਂ, ਮੈਂ ਆਪਣੇ ਆਪ ਹੀ ਇੱਧਰ ਆ ਗਿਆ। ਮੇਰਾ ਕੋਈ ਇੰਟਰਸਟ ਸਟਾਰਟਿੰਗ ਤੋਂ ਨਹੀਂ ਸੀ ਇਸ ਚੀਜ਼ 'ਚ। ਡਾਕਟਰ ਸਾਹਿਬ ਕੈਂਸਰ ਜਦੋਂ ਆਪਾਂ ਵਰਡ ਸੁਣਦੇ ਹਾਂ ਨਾ, ਡਰ ਜਿਹਾ ਲੱਗਦਾ ਐਂਡ ਲੱਗਦਾ ਕਿ ਪਤਾ ਨਹੀਂ ਲਾਈਕ ਬਹੁਤ ਹੀ ਜ਼ਿਆਦਾ ਹਊਆ ਹੈਗਾ ਇਸ ਵਰਡ ਦਾ ਐਂਡ ਲੱਗਦਾ ਬਸ ਕੈਂਸਰ ਹੋ ਗਿਆ ਤੇ ਬਸ ਦੁਨੀਆ ਖਤਮ ਹੀ ਹੈ। ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਅਸੀਂ ਇਹ ਮੰਨਦੇ ਹਾਂ ਜਿਵੇਂ ਬਾਕੀ ਬਿਮਾਰੀਆਂ ਹੈਗੀਆਂ, ਬਲੱਡ ਪ੍ਰੈਸ਼ਰ ਹੈ, ਸ਼ੂਗਰ ਹੈ ਜਾਂ ਕੋਈ ਹੋਰ ਸਰੀਰ ਦੀ ਕੋਈ ਵੀ ਬਿਮਾਰੀ ਹੈਗੀ ਹੈ, ਉਸ ਤਰ੍ਹਾਂ ਹੀ ਕੈਂਸਰ ਇੱਕ ਬਿਮਾਰੀ ਹੈ। ਤਾਂ ਇਸ ਨੂੰ ਇਸ ਤਰ੍ਹਾਂ ਦਾ ਵੱਡਾ ਹਊਆ ਬਣਾਉਣਾ ਜਾਂ ਇਹ ਸੋਚਣਾ ਵੀ ਇਹ ਡੈਡ ਐਂਡ ਹੈ, ਮੈਨੂੰ ਲੱਗਦਾ ਵੀ ਇਹ ਗਲਤ ਹੈ। ਕਿਉਂਕਿ ਅੱਜ ਦੀ ਡੇਟ ਦੇ ਵਿੱਚ ਹਰ ਬਿਮਾਰੀ ਦਾ ਇਲਾਜ ਹੈ, ਜਿਹ 'ਚ ਕੈਂਸਰ ਵੀ ਇੱਕ ਬਿਮਾਰੀ ਹੈ ਅਤੇ ਵਧੀਆ ਰਿਜ਼ਲਟਸ ਆਉਂਦੇ ਹੈ। ਬਹੁਤ ਐਡਵਾਂਸਮੈਂਟ ਹੋ ਚੁੱਕੀ ਹੈ, ਬੜਾ ਕੁਛ ਨਵਾਂ ਆ ਚੁੱਕਾ ਹੈ ਜਿਹਦੇ ਨਾਲ ਅਸੀਂ ਮੰਨਦੇ ਹਾਂ ਵੀ ਕਈ ਕੈਂਸਰ ਤਾਂ ਐਡਵਾਂਸ ਸਟੇਜ ਵੀ ਕਿਉਰ ਹੋ ਰਹੇ ਹੈ। ਤਾਂ ਇਹ ਹਊਆ ਬਣਾਉਣਾ ਮੈਨੂੰ ਲੱਗਦਾ ਹੁਣ ਆਪਾਂ ਨੂੰ ਨਹੀਂ ਇੱਕ ਕੰਮ ਕਰਨਾ ਚਾਹੀਦਾ। ਕੈਨ ਯੂ ਐਕਸਪਲੇਨ ਲਾਈਕ ਇਨ ਸਿੰਪਲ ਵਰਡਸ ਕਿ ਕੈਂਸਰ ਕਿੱਦਾਂ ਹੋ ਜਾਂਦਾ ਹੈ, ਕਿੱਦਾਂ ਮਤਲਬ ਆਪਾਂ ਅਰਲੀ ਸਟੇਜ 'ਤੇ ਉਹਨੂੰ ਕਿੱਦਾਂ ਡਿਟੈਕਟ ਕਰ ਸਕਦੇ ਹਾਂ? ਅਸੀਂ ਇਹ ਮੰਨਦੇ ਹਾਂ ਵੀ ਕੈਂਸਰ ਇੱਕ ਇਮਿਊਨਿਟੀ ਦੀ ਬਿਮਾਰੀ ਹੈ। ਆਪਣੇ ਅੰਦਰ ਦੀ ਜਿਹੜੀ ਇਮਿਊਨਿਟੀ ਹੈਗੀ ਹੈ ਉਹ ਕੈਂਸਰ ਨੂੰ ਕੰਟਰੋਲ ਕਰਕੇ ਰੱਖਦੀ ਹੈ। ਤਾਂ ਜਦੋਂ ਇਹ ਇਮਿਊਨਿਟੀ ਵੀਕ ਹੋ ਜਾਂਦੀ ਹੈ ਤਾਂ ਆਪਣੇ ਜਿਹੜੇ ਅੰਦਰ ਦੇ ਜੀਨਸ ਹੈ, ਸੈੱਲਸ ਹੈ, ਉਹ ਵੀਕ ਹੋ ਜਾਂਦੇ ਆ। ਉਹ ਵੀਕ ਹੋਣ ਨਾਲ ਉਹ ਕੈਂਸਰ ਦਾ ਰੂਪ ਲੈ ਲੈਂਦੇ ਆ। ਤਾਂ ਮਤਲਬ ਕੈਂਸਰ ਨੂੰ ਆਪਾਂ ਕਹੀਏ ਵੀ ਇਮਿਊਨਿਟੀ ਨਾਲ ਲੈ ਕੇ ਹੀ ਚੱਲਣਾ ਚਾਹੀਦਾ ਹੈ ਵੀ ਜੇ ਆਪਣੀ ਇਮਿਊਨਿਟੀ ਸਟਰੋਂਗ ਹੈ ਤਾਂ ਆਪਾਂ ਕੈਂਸਰ ਤੋਂ ਬਚੇ ਰਹਿ ਸਕਦੇ ਹਾਂ ਅਤੇ ਆਪਾਂ ਸੇਫ ਰਹਿ ਸਕਦੇ ਹਾਂ। ਆਲ ਰਾਈਟ। ਸੋ ਲਾਈਕ ਲਾਈਫ ਸਟਾਈਲ ਜਿੱਦਾਂ ਦਾ ਆਪਣਾ ਹੈਗਾ, ਪੋਲਿਊਸ਼ਨ ਹੈ, ਸਟ੍ਰੈਸ ਹੈ, ਬਹੁਤ ਭੱਜ ਦੌੜ ਹੈਗੀ ਹੈ ਅਤੇ ਅੱਜ ਕੱਲ੍ਹ ਆਪਾਂ ਦੇਖ ਰਹੇ ਹਾਂ ਕਿ ਕੈਂਸਰ ਦੇ ਜਿਹੜੇ ਲਾਈਕ ਡਿਟੈਕਸ਼ਨ ਜ਼ਿਆਦਾ ਹੋ ਰਹੀ ਹੈ। ਸੋ ਕੇਸਿਸ ਜ਼ਿਆਦਾ ਵੱਧ ਰਹੇ ਨੇ ਕਿ ਲਾਈਕ ਐਡਵਾਂਸ ਟੈਕਨੋਲੋਜੀ ਹੋ ਚੁੱਕੀ ਹੈ ਅਤੇ ਸਾਨੂੰ ਪਤਾ ਲੱਗ ਰਿਹਾ ਹੈ ਕੀ ਚੱਕਰ ਹੈ? ਦੋਨੋਂ ਚੀਜ਼ਾਂ ਹੀ ਹੈਗੀਆਂ। ਕੈਂਸਰ ਦੇ ਕੇਸਿਸ ਵੀ ਵੱਧ ਰਹੇ ਹੈ ਅਤੇ ਟੈਕਨੋਲੋਜੀ ਵੀ ਐਡਵਾਂਸ ਹੋ ਗਈ ਹੈ। ਅਸੀਂ ਇਹ ਮੰਨਦੇ ਵੀ ਕੈਂਸਰ ਜਿਹੜੀ ਬਿਮਾਰੀ ਹੈ ਜ਼ਿਆਦਾਤਰ ਐਲਡਰਲੀ ਏਜ ਗਰੁੱਪ 'ਚ ਹੁੰਦੀ ਹੈ ਅਤੇ ਜਿਵੇਂ ਜਿਵੇਂ ਆਪਾਂ ਤਰੱਕੀ ਕਰ ਰਹੇ ਹਾਂ ਤਾਂ ਆਪਣੀ ਐਲਡਰਲੀ ਪਾਪੂਲੇਸ਼ਨ ਵੱਧ ਰਹੀ ਹੈ। ਤਾਂ ਜਦੋਂ ਐਲਡਰਲੀ ਪਾਪੂਲੇਸ਼ਨ ਵੱਧ ਰਹੀ ਹੈ ਤਾਂ ਕੈਂਸਰ ਕੇਸਿਸ ਵੀ ਦੇਖਣ ਨੂੰ ਜ਼ਿਆਦਾ ਮਿਲਣਗੇ। ਦੂਸਰਾ ਟੈਕਨੋਲੋਜੀ ਬਹੁਤ ਜ਼ਿਆਦਾ ਹੈ, ਆਪਾਂ ਵੀ ਸਾਰੇ ਬੜੇ ਸਿੰਸੀਅਰ ਹੋ ਚੁੱਕੇ ਹਾਂ। ਕੋਈ ਵੀ ਦਿੱਕਤ ਹੁੰਦੀ ਹੈ ਆਪਾਂ ਕੋਸ਼ਿਸ਼ ਕਰਦੇ ਹਾਂ ਆਪਾਂ ਡਾਕਟਰ ਕੋਲ ਜਾਈਏ। ਪਹਿਲਾਂ ਆਪਾਂ ਸੋਚਦੇ ਸੀ ਆਪਾਂ ਕੋਈ ਟੈਸਟ ਨਹੀਂ ਕਰਵਾਉਣਾ,
ਆਪਾਂ ਨੂੰ ਡਾਕਟਰ ਦਵਾਈ ਦੇ ਦੇ। ਤੇ ਅੱਜ ਦੀ ਡੇਟ 'ਚ ਆਪਾਂ ਹੀ ਡਾਕਟਰ ਨੂੰ ਕਹਿੰਦੇ ਆ ਵੀ ਸਾਡੇ ਟੈਸਟ ਕਰੋ, ਸਾਨੂੰ ਪਤਾ ਲੱਗਣਾ ਚਾਹੀਦਾ ਵੀ ਸਾਨੂੰ ਬਿਮਾਰੀ ਕੀ ਹੈ, ਉਸ ਤੋਂ ਬਾਅਦ ਤੁਸੀਂ ਟ੍ਰੀਟਮੈਂਟ ਕਰਿਓ। ਤਾਂ ਉਹਦੇ ਨਾਲ ਡਿਟੈਕਸ਼ਨ ਰੇਟ ਕਾਫੀ ਬੈਟਰ ਹੋ ਚੁੱਕਾ ਹੈ। ਬਿਲਕੁਲ ਸਹੀ ਕਿਹਾ ਡਾਕਟਰ ਸਾਹਿਬ। ਮਤਲਬ ਟੈਕਨੋਲੋਜੀ ਦੇ ਕਰਕੇ ਵੀ ਆਪਾਂ ਨੂੰ Yes. ਬਹੁਤ ਰਿਜ਼ਲਟਸ ਪਹਿਲਾਂ ਹੀ ਪਤਾ ਲੱਗ ਜਾਂਦੇ ਆ ਹੁਣ। ਹਾਂਜੀ ਹਾਂਜੀ, ਬਹੁਤ ਜਲਦੀ ਐਡਵਾਂਸ ਸਟੇਜ। ਹਾਲਾਂਕਿ ਆਪਾਂ ਇੰਡੀਆ ਦੀ ਗੱਲ ਕਰੀਏ ਤਾਂ ਹਜੇ ਵੀ ਆਪਾਂ ਇਸ 'ਚ ਬਹੁਤ ਪਿੱਛੇ ਹੈਗੇ ਹਾਂ। ਆਪਾਂ ਨੂੰ ਬਹੁਤ ਲੇਟ ਪਤਾ ਲੱਗਦਾ ਕੈਂਸਰ ਬਾਰੇ, ਜਾਂ ਵਿਲੇਜਿਸ 'ਚ ਜਾਈਏ ਉੱਥੇ ਇਗਨੋਰੈਂਸ ਬਹੁਤ ਜ਼ਿਆਦਾ ਹੈਗੀ ਹੈ। ਪੇਸ਼ੈਂਟ ਦੇ ਰਿਸ਼ਤੇਦਾਰ ਥੋੜ੍ਹਾ ਜਿਹਾ ਇਸ ਚੀਜ਼ ਤੋਂ ਡਰਦੇ ਵੀ ਕਿਤੇ ਕੈਂਸਰ ਤਾਂ ਨਹੀਂ ਹੈਗਾ, ਤਾਂ ਉਹ ਡਾਕਟਰ ਕੋਲ ਇਸੇ ਚੱਕਰ 'ਚ ਨਹੀਂ ਆਉਂਦੇ ਵੀ ਕਿ ਕੈਂਸਰ ਹੋਇਆ ਤਾਂ ਫਿਰ ਐਵੇਂ ਸੋਸ਼ਲੀ ਵੀ ਥੋੜ੍ਹਾ ਜਿਹਾ ਦਿੱਕਤ ਲੱਗੇਗੀ, ਇਲਾਜ ਤਾਂ ਇਹਦਾ ਕੋਈ ਹੈ ਨਹੀਂਗਾ, ਤਾਂ ਉਹ ਐਡਵਾਂਸ ਸਟੇਜ 'ਚ ਆਉਂਦੇ ਆ। ਪਰ ਜੇ ਆਪਾਂ ਸਿਟੀਜ਼ ਦੀ ਗੱਲ ਕਰੀਏ, ਹੈ ਨਾ, ਮੈਟਰੋਜ਼ ਦੀ ਗੱਲ ਕਰੀਏ, ਉੱਥੇ ਬਹੁਤ ਜ਼ਿਆਦਾ ਅਵੇਅਰਨੈਸ ਹੋ ਚੁੱਕੀ ਹੈ। ਪੇਸ਼ੈਂਟ ਜਾਂ ਉਹਨਾਂ ਦੇ ਰਿਲੇਟਿਵਸ ਬੜੀ ਜਲਦੀ ਡਾਕਟਰ ਕੋਲ ਜਾਂਦੇ ਆ, ਤਾਂ ਅਰਲੀ ਡਿਟੈਕਸ਼ਨ ਹੋ ਰਹੀ ਹੈ। ਰਾਈਟ। ਐਂਡ ਡਾਕਟਰ ਸਾਹਿਬ, ਸਕਰੀਨਿੰਗ ਦੀ ਬੜੀ ਕਨਫਿਊਜ਼ਨ ਰਹਿੰਦੀ ਹੈ ਕਿ ਸਕਰੀਨਿੰਗ ਮੈਨ ਔਰ ਵੂਮਨ ਲਾਈਕ ਦੋਨਾਂ ਦੇ ਲਈ ਮੇਨ ਅਸੈਂਸ਼ੀਅਲ ਪਾਰਟ ਜਿਹੜਾ ਹੈ ਕਿ ਸਕਰੀਨਿੰਗ 'ਚ ਕਿੱਦਾਂ ਆਪਾਂ ਕਰ ਸਕਦੇ ਹਾਂ? ਸਕਰੀਨਿੰਗ ਮੈਨੂੰ ਲੱਗਦਾ ਇੱਕ ਬੜਾ ਹੀ ਟੌਪਿਕ ਹੈਗਾ ਜਿਹੜਾ ਮਿਸ ਹੋ ਰਿਹਾ। ਓਵਰਆਲ ਆਪਣੇ ਇੰਡੀਆ 'ਚ ਤਾਂ ਬਿਲਕੁਲ ਹੀ ਨਹੀਂ ਅਵੇਅਰਨੈਸ ਹੈਗੀ ਸਕਰੀਨਿੰਗ ਬਾਰੇ। ਹਰ ਮਤਲਬ ਮੈਨੂੰ ਲੱਗਦਾ ਇਹ ਜਿਹੜੀ ਅਵੇਅਰਨੈਸ ਹੈ ਆਪਣੇ ਡਾਕਟਰਸ ਵੀ ਹੋਣੀ ਜ਼ਰੂਰੀ ਹੈ, ਕਿਉਂਕਿ ਸ਼ਾਇਦ ਲੋਕਾਂ ਨੂੰ ਡਾਇਰੈਕਟ ਇਹਦੇ ਬਾਰੇ ਨਹੀਂ ਸਮਝਾਇਆ ਜਾ ਸਕਦਾ, ਬਟ ਜਿਹੜੇ ਪ੍ਰਾਇਮਰੀ ਕੇਅਰ ਕਰਦੇ ਆ ਪੇਸ਼ੈਂਟ ਦੀ, ਉਹ ਡਾਕਟਰਸ ਜੇ ਪੇਸ਼ੈਂਟ ਨੂੰ ਮੋਟੀਵੇਟ ਕਰਨ ਜਾਂ ਲੋਕਾਂ ਨੂੰ ਮੋਟੀਵੇਟ ਕਰਨ ਵੀ ਤੁਸੀਂ ਆਪਣੇ ਸਕਰੀਨਿੰਗ ਕਰਾਓ, ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਕਿਹੜੇ ਸਕਰੀਨਿੰਗ ਟੈਸਟ ਹੋ ਸਕਦੇ ਆ ਅਤੇ ਇਹ ਕਿਸ ਏਜ 'ਚ ਕਰਨੇ ਚਾਹੀਦੇ ਆ। ਜਿਵੇਂ ਮੈਂ ਤੁਹਾਨੂੰ ਕੁਛ ਐਗਜ਼ਾਮਪਲਸ ਦੇਵਾਂ ਤਾਂ ਫੀਮੇਲਸ ਦੇ ਵਿੱਚ ਸਰਵਾਈਕਲ ਕੈਂਸਰ, ਬੱਚੇਦਾਨੀ ਦੇ ਮੂੰਹ ਦਾ ਕੈਂਸਰ ਅਸੀਂ ਕਹਿ ਦਿੰਦੇ ਹਾਂ, ਬ੍ਰੈਸਟ ਕੈਂਸਰ, ਇਹਨਾਂ ਦੀ ਸਕਰੀਨਿੰਗ ਐਡਵਾਈਜ਼ਡ ਹੈਗੀ ਹੈ। ਤਾਂ ਸਰਵਾਈਕਲ ਕੈਂਸਰ ਦੀ 21 ਈਅਰਸ ਤੋਂ ਬਾਅਦ ਪੈਪਸਮੀਅਰ ਇੱਕ ਟੈਸਟ ਹੁੰਦਾ, ਉਹ ਕਰਦੇ ਹੈਗੇ 3 ਸਾਲਾਂ ਬਾਅਦ। ਅਤੇ ਬ੍ਰੈਸਟ ਕੈਂਸਰ 'ਚ ਬ੍ਰੈਸਟ ਦੀ ਮੈਮੋਗ੍ਰਾਫੀ, ਐਕਸਰੇ ਮੈਮੋਗ੍ਰਾਫੀ, ਇਸ ਵੀ ਕਈ ਵਾਰ ਕਨਫਿਊਜ਼ਨ ਹੁੰਦਾ ਹੈ। ਕਈ ਲੋਕ ਸਮਝਦੇ ਵੀ ਅਲਟਰਾਸਾਊਂਡ ਮੈਮੋਗ੍ਰਾਫੀ, ਇਹ ਸਪੈਸੀਫਿਕਲੀ ਮੈਂ ਕਹਿਣਾ ਚਾਹੂੰਗਾ ਇਹ ਐਕਸਰੇ ਮੈਮੋਗ੍ਰਾਫੀ ਹੁੰਦੀ ਹੈ, ਕਿਉਂਕਿ ਇਹਦੇ 'ਚ ਮਾਈਕਰੋ ਕੈਲਸੀਫਿਕੇਸ਼ਨ ਅਸੀਂ ਕਹਿੰਦੇ ਹਾਂ ਵੀ ਜਿਹੜੇ ਕੈਲਸ਼ੀਅਮ ਦੇ ਬੜੇ ਛੋਟੇ ਛੋਟੇ ਦਾਣੇ ਬਣੇ ਹੈ, ਉਹ ਐਕਸਰੇ 'ਚ ਹੀ ਪਤਾ ਲੱਗਦੇ, ਅਲਟਰਾਸਾਊਂਡ 'ਚ ਨਹੀਂ ਪਤਾ ਲੱਗਦੇ। ਤਾਂ ਕਰਕੇ ਵੀ ਅਬਵ 40, ਕਈ ਗਾਈਡਲਾਈਨ ਕਹਿੰਦੀ 50 ਤੋਂ ਬਾਅਦ ਬ੍ਰੈਸਟ ਦਾ ਸਕਰੀਨਿੰਗ ਫੀਮੇਲਸ ਕਰਨਾ ਜ਼ਰੂਰੀ ਹੈ। ਇਸ ਤਰ੍ਹਾਂ ਹੀ ਮੇਲਸ ਦੇ ਵਿੱਚ ਗੱਲ ਕਰੀਏ ਤਾਂ ਗਦੂਦ ਦਾ ਕੈਂਸਰ, ਪ੍ਰੋਸਟੇਟ ਕੈਂਸਰ ਅਬਵ 50 ਈਅਰਸ ਸਕਰੀਨਿੰਗ ਕੀਤੀ ਜਾਂਦੀ ਹੈ। ਜਿਹੜੇ ਸਮੋਕਰਸ ਹੈਗੇ ਹੈ ਉਹਨਾਂ ਵਿੱਚ ਲੰਗ ਕੈਂਸਰ ਦੀ ਸਕਰੀਨਿੰਗ ਹੁੰਦੀ ਹੈ। ਕੋਲੋਨ ਕੈਂਸਰ ਦੀ ਵੀ ਵੈਸਟਰਨ ਕੰਟਰੀਜ਼ 'ਚ ਜ਼ਿਆਦਾ ਸਕਰੀਨਿੰਗ ਐਡਵਾਈਜ਼ਡ ਹੈਗੀ ਹੈ, ਆਪਣੇ ਕੋਲੋਨ ਕੈਂਸਰ ਘੱਟ ਹੈ ਐਜ਼ ਕੰਪੇਅਰ ਟੂ ਵੈਸਟਰਨ, ਪਰ ਉਹ ਵੀ ਗਾਈਡਲਾਈਨਸ 'ਚ ਹੈਗਾ ਵੀ ਅਬਵ 50 ਈਅਰਸ ਕੋਲੋਨ ਕੈਂਸਰ ਵਾਸਤੇ ਕਲੋਨੋਸਕੋਪੀ ਜਾਂ ਸਟੂਲ 'ਚ ਓਕਲਟ ਬਲੱਡ ਅਸੀਂ ਕਹਿ ਦਿੰਦੇ ਹਾਂ, ਉਹ ਦੇਖਣਾ ਚਾਹੀਦਾ। ਇਹ ਕੁਝ ਕੈਂਸਰਸ ਹੈਗੇ ਆ ਜਿਨ੍ਹਾਂ ਦੀ ਸਕਰੀਨਿੰਗ ਐਡਵਾਈਜ਼ਡ ਹੈਗੀ ਹੈ, ਅਤੇ ਮੈਨੂੰ ਲੱਗਦਾ ਆਪਾਂ ਨੂੰ ਕਰਾਉਣੀ ਚਾਹੀਦੀ ਹੈ। ਇਹਦੀ ਅਵੇਅਰਨੈਸ ਦੀ ਕਮੀ ਹੈ, ਇਹ ਆਪਾਂ ਨੂੰ ਲੋਕਾਂ 'ਚ ਇਹਦੀ ਅਵੇਅਰਨੈਸ ਕਰਨੀ ਚਾਹੀਦੀ। ਰਾਈਟ। ਮੇਨ ਤਾਂ ਆਹੀ ਹੁੰਦਾ ਹੈ ਕਿ ਆਪਾਂ ਡਰ ਜਾਂਦੇ ਹਾਂ, ਮੇਨ ਅਵੇਅਰਨੈਸ ਹੁੰਦੀ ਹੈ। ਜੇ ਆਪਾਂ ਅਵੇਅਰ ਹੋਵਾਂਗੇ ਤੇ ਆਪਾਂ ਇਹਦਾ ਸੋਲਿਊਸ਼ਨ ਵੀ ਕੱਢ ਸਕਦੇ ਹਾਂ। ਬਿਲਕੁਲ ਬਿਲਕੁਲ, ਦੇਖੋ ਸਕਰੀਨਿੰਗ ਦਾ ਮਤਲਬ ਹੀ ਇਹ ਹੈ ਵੀ ਤੁਸੀਂ ਕੈਂਸਰ ਬਣ ਗਿਆ ਬਟ ਬਹੁਤ ਛੋਟੀ ਸਟੇਜ 'ਚ ਹੈ, ਬੜੀ ਅਰਲੀ ਸਟੇਜ 'ਚ ਹੈ, ਉਹਦੇ ਕੋਈ ਸਿੰਪਟਮਸ ਨਹੀਂ ਆ ਰਹੇ, ਅਤੇ ਆਮ ਪੋਪੂਲੇਸ਼ਨ 'ਚ ਸਕਰੀਨਿੰਗ ਟੈਸਟ ਕੀਤਾ ਜਾਂਦਾ ਅਤੇ ਅਰਲੀ ਡਿਟੈਕਸ਼ਨ ਹੁੰਦੀ ਹੈ। ਜਦੋਂ ਆਪਾਂ ਬਿਮਾਰੀ ਨੂੰ ਹੀ ਪਹਿਲੀ ਸਟੇਜ ਜਾਂ ਉਦੋਂ ਵੀ ਅਰਲੀ ਸਟੇਜ ਪਕੜ ਲਿਆ ਤਾਂ ਉਹਦਾ ਟ੍ਰੀਟਮੈਂਟ ਤਾਂ 100% ਹੈ, ਕਿਉਰ ਹੀ ਕਿਉਰ ਹੈ। ਐਂਡ ਡਾਕਟਰ ਸਾਹਿਬ, ਇੱਕ ਹੋਰ ਸਵਾਲ ਆ ਰਿਹਾ ਦਿਮਾਗ 'ਚ ਕਿ ਕਈ ਵਾਰੀ ਬਹੁਤ ਲਾਈਕ ਫਿੱਟ ਹੁੰਦੇ ਆ ਲੋਕ, ਔਰ ਉਹਨਾਂ ਨੂੰ ਬਿਲਕੁਲ ਵੀ ਲਾਈਕ ਉਹਨਾਂ ਦੀ ਰੂਟੀਨ ਵੀ ਬਹੁਤ ਵਧੀਆ ਹੁੰਦੀ ਹੈ, ਹੈਲਥ ਕੌਨਸ਼ੀਅਸ ਹੁੰਦੇ ਆ, ਸਾਰਾ ਕੁਝ ਫੋਲੋ ਕਰਦੇ ਆ, ਫਿਰ ਵੀ ਉਹਨਾਂ ਨੂੰ ਡਿਟੈਕਟ ਹੋ ਜਾਂਦਾ ਹੈ, ਅਤੇ ਬਹੁਤ ਇੱਦਾਂ ਦੀ ਮਿਸਕਨਸੈਪਸ਼ਨਸ ਹੈਗੇ, ਅਤੇ ਉਹਦੇ ਬਾਰੇ ਤੁਸੀਂ ਪਲੀਜ਼ ਕਲੀਅਰ ਕਰੋ। ਦੇਖੋ ਕੈਂਸਰ, ਜਿਵੇਂ ਮੈਂ ਤੁਹਾਨੂੰ ਸਟਾਰਟਿੰਗ 'ਚ ਦੱਸਿਆ ਵੀ ਇਹ ਇੱਕ ਅੰਦਰੂਨੀ ਬਿਮਾਰੀ ਹੈ, ਅੰਦਰੋਂ ਹੀ ਬਣਦੀ ਹੈ। ਆਪਣੇ ਅੰਦਰ ਕੁਝ ਪੋਜ਼ੀਟਿਵ ਸੈਲਸ, ਕੁਝ ਨੈਗੇਟਿਵ ਸੈਲਸ ਹੈਗੇ ਹੈ। ਜਦੋਂ ਇਹ ਪੋਜ਼ੀਟਿਵ ਸੈਲਸ ਨੈਗੇਟਿਵ ਨੂੰ ਕਵਰ ਕਰਕੇ ਰੱਖਦੇ ਆ, ਕੈਂਸਰ ਨਹੀਂ ਹੁੰਦਾ। ਤਾਂ ਹਰ ਬੰਦੇ ਦੇ ਵਿੱਚ ਇੱਕ ਕੈਂਸਰ ਬਣਨ ਦੀ ਚਾਂਸ ਰਹਿੰਦਾ ਹੀ ਰਹਿੰਦਾ ਹੈ। ਦੂਸਰਾ, ਇਹ ਜੈਨੇਟਿਕ ਵੀ ਹੁੰਦਾ, ਕੁਝ ਪਾਰਟ ਆਪਾਂ ਕੈਂਸਰ 'ਚ ਵੀ ਕਰਦੇ ਹਾਂ, ਜੈਨੇਟਿਕਸ ਹੁੰਦੇ। ਤਾਂ ਕਰਕੇ ਵੀ ਜੇ ਆਪਾਂ ਕਹੀਏ ਵੀ ਬੰਦਾ ਖਾਂਦਾ ਪੀਂਦਾ ਠੀਕ ਹੈ, ਉਹਦਾ ਐਕਸਰਸਾਈਜ਼ ਵੀ ਕਰਦਾ, ਸਭ ਕੁਝ ਕਰਦਾ, ਵੀ ਉਹਨੂੰ ਕੈਂਸਰ ਕਿਉਂ ਹੁੰਦਾ, ਤਾਂ ਉਹ ਇੱਕ ਜੈਨੇਟਿਕ ਫੈਕਟਰ ਵੀ ਆ ਜਾਂਦਾ। ਪਲੱਸ ਜਦੋਂ ਆਪਣੇ ਅੰਦਰ ਦੀ ਕੋਈ ਤੋੜ ਭੰਨ ਚੱਲ ਰਹੀ ਹੈ, ਉਹਦੇ ਵਿੱਚ ਕੋਈ ਜੀਨ, ਜਿਹਨੂੰ DNA ਕਹਿ ਦਿੰਦੇ ਆ, ਉਹ ਗਲਤ ਰਸਤੇ 'ਤੇ ਚਲਾ ਗਿਆ, ਤਾਂ ਉਹ ਕੈਂਸਰ ਕਿਸੇ 'ਚ ਵੀ ਬਣ ਸਕਦਾ। ਔਰ ਕਈ ਵਾਰੀ ਤਾਂ ਕਿਸੇ ਨੂੰ ਕੋਈ ਸਿੰਪਟਮ ਵੀ ਨਹੀਂ ਹੁੰਦਾ। ਬਿਲਕੁਲ ਸਹੀ ਗੱਲ ਹੈ, ਜਦੋਂ ਸਟਾਰਟਿੰਗ 'ਚ ਕੈਂਸਰ ਬਣੇਗਾ ਤਾਂ ਸਿੰਪਟਮ ਨਹੀਂ ਹੋਣਗੇ। ਰਾਈਟ। ਐਂਡ ਫਿਰ ਜਦੋਂ ਕੋਈ ਸਿੰਪਟਮ ਨਹੀਂ ਹੁੰਦਾ, ਫਿਰ ਉਹਦੇ ਵਿੱਚ ਸਕਰੀਨਿੰਗ ਦਾ ਬਹੁਤ ਵੱਡਾ ਰੋਲ ਰਹਿੰਦਾ ਮੇਰੇ ਹਿਸਾਬ ਨਾਲ। ਸੋ ਸਕਰੀਨਿੰਗ ਲਾਈਕ ਕਦੋਂ ਕਰਾਉਣੀ ਚਾਹੀਦੀ ਹੈ?
ਮੇਲ ਦੇ ਵਿੱਚ ਪ੍ਰੋਸਟੇਟ ਕੈਂਸਰ ਦੀ, ਗਦੂਦ ਦੇ ਕੈਂਸਰ ਦੀ ਸਕਰੀਨਿੰਗ ਕੀਤੀ ਜਾਂਦੀ ਹੈ ਅਬਵ 50 ਇਅਰਸ। ਉਹਦੇ ਲਈ ਡਿਜੀਟਲ ਰੈਕਟਲ ਐਗਜ਼ਾਮੀਨੇਸ਼ਨ ਤੇ PSA ਟੈਸਟ, ਬਲੱਡ ਟੈਸਟ ਹੁੰਦਾ ਹੈਗਾ। ਕੋਲੋਨ ਕੈਂਸਰ ਦੀ ਸਕਰੀਨਿੰਗ ਕੀਤੀ ਜਾਂਦੀ ਹੈ ਅਬਵ 45 ਜਾਂ 50 ਇਅਰਸ ਤੋਂ ਅਬਵ। 10 ਸਾਲਾਂ ਬਾਅਦ ਕੋਲੋਨੋਸਕੋਪੀ ਟੈਸਟ ਕੀਤਾ ਜਾਂਦਾ ਹੈ ਜਾਂ ਫਿਰ ਉਹਦੇ 'ਚ ਸਟੂਲ ਫॉर ਓਕਲਟ ਬਲੱਡ ਟੈਸਟ ਕੀਤਾ ਜਾਂਦਾ ਹੈ। ਜਿਹੜੇ ਸਮੋਕਰਸ ਹੈਗੇ ਹੈ, ਬੀੜੀ ਸਿਗਰਟ ਬਹੁਤ ਜ਼ਿਆਦਾ ਪੀ ਰਹੇ ਹੈ, ਉਹ 'ਚ ਅਸੀਂ ਕਹਿ ਦਿੰਦੇ ਹਾਂ ਮੋਰ ਦੈਨ 20 ਪੈਕ ਈਅਰਸ, ਉਹਦੀ ਇੱਕ ਡੈਫੀਨੇਸ਼ਨ ਹੈਗੀ ਹੈ। ਉਹਨਾਂ 'ਚ CT ਸਕੈਨ ਕੀਤਾ ਜਾਂਦਾ ਹੈਗਾ ਦੇਖਣ ਵਾਸਤੇ ਕੋਈ ਲੰਗਸ ਲੀਜਨ ਤਾਂ ਨਹੀਂ ਆ ਰਿਹਾ। ਫੀਮੇਲਸ ਦੇ ਵਿੱਚ ਸਰਵਾਈਕਲ ਕੈਂਸਰ ਅਬਵ 21 ਈਅਰਸ, ਹਰ 3 ਸਾਲ ਬਾਅਦ ਪੈਪ ਸਮੀਅਰ ਕੀਤਾ ਜਾਂਦਾ ਹੈ। ਤੇ ਬ੍ਰੈਸਟ ਦਾ ਕੈਂਸਰ ਦਾ ਸਕਰੀਨਿੰਗ ਐਕਸ-ਰੇ ਮੈਮੋਗ੍ਰਾਫੀ ਨਾਲ ਅਬਵ 40 ਇਅਰਸ, ਕਈ ਗਾਈਡਲਾਈਨਸ 50 ਇਅਰਸ ਵੀ ਕਹਿੰਦੀਆਂ। ਤੇ ਇਹ ਕੁਝ ਟੈਸਟ ਹੈਗੇ ਆ ਜਿਹੜੇ ਸਕਰੀਨਿੰਗ 'ਚ ਰੂਟੀਨਲੀ ਐਡਵਾਈਸ ਕੀਤੇ ਜਾਂਦੇ। ਐਂਡ ਜਦ ਵੀ ਡਾਕਟਰ ਸਾਹਿਬ ਆਪਾਂ ਕੈਂਸਰ ਦੇ ਬਾਰੇ ਸੋਚਦੇ ਆ ਨਾ, ਬਹੁਤ ਸਾਰੇ ਮਿਥਸ ਫ੍ਰੀ 'ਚ ਆ ਜਾਂਦੇ ਕਿ ਮਾਈਂਡ 'ਚ ਬਸ ਇੱਦਾਂ ਹੀ ਹੁੰਦਾ ਕਿ ਲਾਈਕ ਕੈਂਸਰ ਹੋ ਗਿਆ ਤੇ ਹੁਣ ਡੈਥ ਹੀ ਹੈ, ਫਿਨਿਸ਼ ਹੈ। ਤੇ ਇਹਦੇ ਵਿੱਚ ਮਤਲਬ ਤੁਸੀਂ ਰੋਜ਼ ਕਿਹੜੇ ਮਿਥਸ ਸੁਣਦੇ ਹੋ ਪੇਸ਼ੈਂਟਸ ਤੋਂ, ਉਹ ਵੀ ਦੱਸੋ ਸਾਨੂੰ। ਕੈਂਸਰ 'ਚ ਬਹੁਤ ਸਾਰੇ ਮਿਥ ਹੈਗੇ ਆ, ਇਹ ਮੰਨਦੇ ਹਾਂ ਅਸੀਂ। ਪਹਿਲਾ ਤਾਂ ਇਹੀ ਮਿਥ ਹੈਗਾ ਵੀ ਕੈਂਸਰ ਹੈ ਤਾਂ ਡੈਡ ਹੈ, ਵੀ ਕੁਝ ਨਹੀਂ ਹੋ ਸਕਦਾ, ਜਿਹੜਾ ਕਿ ਬਿਲਕੁਲ ਹੀ ਗਲਤ ਹੈ। ਮੈਂ ਇਹ ਸਭ ਨੂੰ ਦੱਸਣਾ ਚਾਹੁੰਦਾ ਵੀ ਕੈਂਸਰ ਮਤਲਬ ਡੈਡ ਐਂਡ ਨਹੀਂ ਹੈਗਾ। ਕੈਂਸਰ 'ਚ ਸਟੇਜਿਸ ਹੁੰਦੀਆਂ 1 2 3 4, 3 ਸਟੇਜ ਤੱਕ ਹਰ ਪੇਸ਼ੈਂਟ ਕਿਉਰੇਬਲ ਹੈ। 4th ਸਟੇਜ 'ਚ ਚਾਹੇ ਉਹ ਕਿਉਰੇਬਲ ਨਹੀਂ ਹੈ, ਫਿਰ ਵੀ ਉਹਦੀ ਲਾਈਫ ਐਕਸਟੈਂਡ ਕੀਤੀ ਜਾਂਦੀ ਹੈ ਤੇ ਕਈ ਕੇਸਿਸ 'ਚ ਉਹ ਕਈ ਸਾਲਾਂ ਤੱਕ ਐਕਸਟੈਂਡ ਕੀਤੀ ਜਾ ਸਕਦੀ ਹੈ, ਤਾਂ ਉਹ ਵੀ ਅਸੀਂ ਕਈ ਵਾਰ ਉਹਨੂੰ ਕਿਉਰ 'ਚ ਹੀ ਲੈ ਲੈਂਦੇ ਹੈਗੇ। ਤਾਂ ਇਹ ਕਹਿਣਾ ਵੀ ਡੈਡ ਹੈਗਾ ਪੇਸ਼ੈਂਟ ਦਾ, ਕੁਝ ਨਹੀਂ ਹੋ ਸਕਦਾ, ਤਾਂ ਆਈ ਥਿੰਕ ਗਲਤ ਹੈ। ਦੂਸਰਾ, ਕੈਂਸਰ 'ਚ ਥੋੜ੍ਹਾ ਜਿਹਾ ਸੋਸ਼ਲ ਸਟਿਗਮਾ ਹੈਗਾ। ਲੋਕੀ ਇਹ ਮੰਨ ਲੈਂਦੇ ਵੀ ਸ਼ਾਇਦ ਅਸੀਂ ਕੋਈ ਗਲਤੀ ਕੀਤੀ ਹੈ ਵੀ ਸਾਨੂੰ ਕੈਂਸਰ ਹੋ ਗਿਆ। ਤੇ ਆਪਾਂ ਪਹਿਲਾਂ ਡਿਸਕਸ ਕੀਤਾ ਇਸ ਗੱਲ ਨੂੰ ਵੀ ਇਹ ਅੰਦਰੋਂ ਹੀ ਬਣਦੀ ਹੈ ਬਿਮਾਰੀ, ਆਪਣੇ ਸਭ ਦੇ ਅੰਦਰ ਕੈਂਸਰ ਜੀਨਸ ਹੈਗੇ ਆ, ਉਹ ਦਬੇ ਹੋਏ ਹੈ, ਤਾਂ ਕਦੋਂ ਵੀ ਉੱਠ ਸਕਦੇ ਆ। ਤਾਂ ਇਹ ਆਪਣੇ ਆਪ ਨੂੰ ਬਲੇਮ ਕਰਨਾ ਵੀ ਮੈਂ ਸ਼ਾਇਦ ਕੁਝ ਗਲਤ ਕੀਤਾ ਸੀ ਉਹਦੇ ਨਾਲ ਕੈਂਸਰ ਹੋ ਗਿਆ, ਉਹ ਗਲਤ ਹੈ। ਤੀਜਾ ਬਹੁਤ ਵੱਡਾ ਜੋ ਅਸੀਂ ਫੇਸ ਕਰਦੇ ਹਾਂ, ਉਹ ਫੇਸ ਕਰਦੇ ਹਾਂ ਵੀ ਲੋਕਾਂ ਦੇ ਅੰਦਰ ਇਹ ਹੈਗਾ ਵੀ ਜੇ ਨੀਡਲ ਲੱਗ ਗਈ ਤਾਂ ਇਹ ਫੈਲ ਜਾਏਗਾ। ਤਾਂ ਇਹ ਮੈਂ ਦੱਸਣਾ ਚਾਹੁੰਦਾ ਵੀ ਨੀਡਲ ਟੈਸਟ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਕੈਂਸਰ ਦਾ ਡਾਇਗਨੋਸਿਸ ਹੋਰ ਕਿਸੇ ਟੈਸਟ ਨਾਲ ਕੀਤਾ ਜਾ ਸਕਦਾ। ਕਈ ਵਾਰ ਲੋਕੀ ਆਉਂਦੇ ਕਹਿੰਦੇ ਪੈਟ ਸਕੈਨ ਕਰਾ ਲਿਆ ਜੀ, ਹੁਣ ਤਾਂ ਡਾਇਗਨੋਸ ਹੋ ਗਿਆ। ਅਸੀਂ ਕਹਿੰਦੇ ਨਹੀਂ, ਫਿਰ ਵੀ FNAC ਕਰਨੀ ਪਏਗੀ, ਬਾਇਪਸੀ ਕਰਨੀ ਪਏਗੀ। ਤਾਂ FNAC ਬਾਇਪਸੀ ਜਿਹੜਾ ਟੈਸਟ ਹੈ ਉਹ ਗੋਲਡ ਸਟੈਂਡਰਡ ਟੈਸਟ ਹੈ, ਹਰ ਕੈਂਸਰ ਮਰੀਜ਼ 'ਚ ਇਹਦੀ ਜ਼ਰੂਰਤ ਹੁੰਦੀ ਹੈ। ਉਦੋਂ ਬਿਨਾਂ ਕੋਈ ਵੀ ਸਪੈਸ਼ਲਿਸਟ ਇਹਦਾ ਇਲਾਜ ਨਹੀਂ ਕਰੇਗਾ। ਤਾਂ ਬਹੁਤ ਵੱਡਾ ਮਿਥ ਇਹ ਵੀ ਹੈਗਾ। ਤੀਸਰਾ ਜੋ ਅਸੀਂ ਦੇਖਦੇ ਹਾਂ ਵੀ ਚੌਥਾ ਕਹਿ ਦਈਏ ਆਪਾਂ, ਤਾਂ ਲੋਕੀ ਕਹਿੰਦੇ ਵੀ ਕੁਝ ਦੇਸੀ ਮੈਡੀਸਨ ਨਾਲ ਠੀਕ ਹੋ ਜਾਂਦਾ ਇਹ ਬਹੁਤ ਵੱਡੀ ਪ੍ਰੋਬਲਮ ਹੈ। ਪਿੱਛੇ ਤਾਂ ਬਹੁਤ ਜ਼ਿਆਦਾ ਹਾਈਲਾਈਟ ਹੋਇਆ ਸੀ ਇਹ ਟੌਪਿਕ। ਤਾਂ ਮੈਂ ਇਹ ਦੱਸਣਾ ਚਾਹੁੰਦਾ ਵੀ ਕੋਈ ਵੀ ਦੇਸੀ ਮੈਡੀਸਨ ਇਹੋ ਜਿਹੀ ਨਹੀਂ ਹੈ ਜਿਹੜੀ ਕੈਂਸਰ ਨੂੰ ਠੀਕ ਕਰ ਸਕਦੀ ਹੈ। ਸਭ ਤੋਂ ਵੱਡੀ ਪ੍ਰੋਬਲਮ ਫਿਰ ਲੋਕਾਂ 'ਚ ਇਹ ਕਹਿੰਦੇ ਵੀ ਉਹਦਾ ਸ਼ਾਇਦ ਸਾਈਡ ਇਫੈਕਟ ਨਹੀਂ ਹੈਗੇ, ਵੀ ਚੱਲ ਟਰਾਈ ਕਰਕੇ ਦੇਖ ਲਓ। ਤਾਂ ਮੈਂ ਇਹ ਦੱਸਣਾ ਚਾਹੁੰਦਾ ਵੀ ਆਪਾਂ ਟਰਾਈ ਤਾਂ ਕਰ ਰਹੇ ਹਾਂ, ਬਟ ਟਰਾਈ ਕਰਨ 'ਚ ਟਾਈਮ ਲੱਗੇਗਾ। ਹੋ ਸਕਦਾ ਤੁਹਾਡੇ 3 ਮਹੀਨੇ 6 ਮਹੀਨੇ 8 ਮਹੀਨੇ ਇਸ ਚੀਜ਼ 'ਚ ਚਲੇ ਜਾਣ ਵੀ ਤੁਸੀਂ ਦੇਖੋ ਵੀ ਇਹ ਦੇਸੀ ਮੈਡੀਸਨ ਦਾ ਕੋਈ ਬੈਨੀਫਿਟ ਮਿਲ ਰਿਹਾ। ਤਾਂ ਉਹ ਜਿਹੜਾ ਟਾਈਮ ਹੈ ਉਹ ਬੜਾ ਕ੍ਰੂਸ਼ੀਅਲ ਹੈ। ਉਸ ਟਾਈਮ ਦੇ ਵਿੱਚ ਇਹ ਕੈਂਸਰ ਫਸਟ ਸਟੇਜ ਤੋਂ ਹੋ ਸਕਦਾ 4th ਚਲਾ ਜਾਵੇ। ਤੁਸੀਂ ਕਿਉਰੇਬਲ ਬਿਮਾਰੀ ਠੀਕ ਹੋਣ ਵਾਲੀ ਸਟੇਜ ਤੋਂ ਨਿਕਲ ਕੇ ਉਸ ਸਟੇਜ 'ਤੇ ਚਲੇ ਜਾਓ ਜਿਸ 'ਚ ਕਿਉਰ ਨਹੀਂ ਹੋ ਸਕਦੀ। ਤਾਂ ਇਹ ਬੜਾ ਵੱਡੀ ਪ੍ਰੋਬਲਮ ਹੈ ਵੀ ਆਪਾਂ ਕਹਿੰਦੇ ਹਾਂ ਵੀ ਆਪਾਂ ਦੇਸੀ ਮੈਡੀਸਨ ਲੈ ਕੇ ਟਰਾਈ ਕਰ ਲੈਂਦੇ, ਵੀ ਇਹਦੇ ਸਾਈਡ ਇਫੈਕਟ ਨਹੀਂ ਹੈਗੇ, ਖਰਚਾ ਵੀ ਸ਼ਾਇਦ ਘੱਟ ਹੈ, ਬਟ ਆਈ ਡੋਂਟ ਥਿੰਕ ਵੀ ਆਪਾਂ ਨੂੰ ਇੱਧਰ ਜਾਣਾ ਚਾਹੀਦਾ। ਸਟ੍ਰਿਕਟਲੀ ਮੈਂ ਐਡਵਾਈਸ ਕਰਦਾ ਵੀ ਨਹੀਂ, ਸਾਇੰਸ ਹੈ, ਸਾਇੰਸ ਨੂੰ ਫੋਲੋ ਕਰੋ, ਹੈ ਨਾ। ਸਾਇੰਸ ਨਾਲ ਹੀ ਸਭ ਚੀਜ਼ਾਂ ਚੱਲ ਰਹੀਆਂ, ਅਤੇ ਜੇ ਸਾਇੰਸ ਕਹਿੰਦੀ ਹੈ ਵੀ ਕੈਂਸਰ ਦਾ ਇਲਾਜ ਕੁਛ ਹੈਗਾ ਤਾਂ ਉਹ ਉਸ ਨੂੰ ਫੋਲੋ ਕਰਨਾ ਚਾਹੀਦਾ ਹੈ ਨਾ। ਅਨਪੜ੍ਹਤਾ ਨਹੀਂ ਰੱਖਣੀ ਚਾਹੀਦੀ ਆਪਾਂ ਨੂੰ। ਅਤੇ ਕੁਛ ਲੋਕ ਕਹਿੰਦੇ ਆ ਵੀ ਸ਼ੂਗਰ ਨਹੀਂ ਲੈਣੀ, ਮਿਲਕ ਪ੍ਰੋਡਕਟਸ ਨਹੀਂ ਲੈਣੇ, ਹੈ ਨਾ, ਵੀਟ ਨਹੀਂ ਲੈਣੀ। ਤਾਂ ਇਹ ਵੀ ਸਾਰੇ ਮੈਨੂੰ ਲੱਗਦਾ ਗਲਤ ਹੈ ਵੀ ਇਹ ਕੁਛ ਨਹੀਂ ਇਹੋ ਜਿਹਾ ਹੈਗਾ। ਆਪਣੀ ਡਾਈਟ ਸਾਫ਼ ਹੋਣੀ ਚਾਹੀਦੀ ਹੈ। ਅਸੀਂ ਹਰ ਪੇਸ਼ੈਂਟ ਨੂੰ ਐਡਵਾਈਸ ਕਰਦੇ ਹਾਂ ਤੁਸੀਂ ਖਾਣਾ ਖਾਓ, ਵਧੀਆ ਖਾਣਾ ਖਾਓ, ਘਰ ਦਾ ਖਾਣਾ ਖਾਓ, ਫਰੈਸ਼ ਖਾਓ, ਬਾਸੀ ਚੀਜ਼ ਨਾ ਖਾਓ, ਬਾਹਰ ਦੀਆਂ ਚੀਜ਼ਾਂ ਨਾ ਖਾਓ। ਪਲੱਸ ਜਿਹੜੀ ਚੀਜ਼ ਰॉ ਹੈਗੀ ਹੈ, ਜਿੱਤੇ ਕੋਈ ਛਿਲਕਾ ਨਹੀਂ ਹੈਗਾ, ਹੈ ਨਾ, ਉਸ ਚੀਜ਼ਾਂ ਨੂੰ ਅਸੀਂ ਕਹਿੰਦੇ ਅਵੋਇਡ ਕਰੋ ਕੈਂਸਰ ਪੇਸ਼ੈਂਟ ਵਾਸਤੇ ਜੋ ਟ੍ਰੀਟਮੈਂਟ 'ਤੇ ਚੱਲ ਰਿਹਾ। ਤਾਂ ਅਦਰਵਾਈਜ਼ ਮਤਲਬ ਅਸੀਂ ਕਹਿੰਦੇ ਵੀ ਖਾਣਾ ਤੁਸੀਂ ਰੈਗੂਲਰ ਜੋ ਮਰਜ਼ੀ ਰੂਟੀਨ ਖਾ ਸਕਦੇ ਹੋ। ਇੱਕ ਇਹ ਵੀ ਤਾਂ ਮਿੱਥ ਹੈ ਨਾ ਡਾਕਟਰ ਸਾਹਿਬ ਕਿ ਜਦੋਂ ਕੈਂਸਰ ਡਿਟੈਕਟ ਹੋ ਜਾਂਦਾ ਤਾਂ ਡਾਕਟਰ ਤੇ ਜਾਣ ਤੋਂ ਬੜਾ ਲਾਈਕ ਝਿਜਕਦੇ ਨੇ ਲੋਕ। ਉਹ ਇਸ ਲਈ ਝਿਜਕਦੇ ਨਾ, ਉਹਨਾਂ ਨੂੰ ਲੱਗਦਾ ਵੀ ਕੋਈ ਹੱਲ ਤਾਂ ਹੈ ਨਹੀਂ, ਔਰ ਉਹਨਾਂ ਨੂੰ ਇਹ ਵੀ ਲੱਗਦਾ ਕਿ ਮਤਲਬ ਕਿ ਵੱਧ ਵੀ ਸਕਦਾ ਹੈ ਇੱਕ ਵਾਰੀ ਜਦੋਂ ਤੁਸੀਂ ਕਿਹਾ ਨਾ ਵੀ ਨੀਡਲ, ਹੈ ਨਾ। ਹਾਂ, ਯੈਸ, ਬਹੁਤ ਪੇਸ਼ੈਂਟ ਆਉਂਦੇ ਹੈ, ਅਸੀਂ ਉਹਨਾਂ ਨੂੰ ਨੀਡਲ ਟੈਸਟ ਐਡਵਾਈਸ ਕਰਦੇ ਹਾਂ, ਉਹ ਛੱਡ ਜਾਂਦੇ ਆ। 6 ਮਹੀਨੇ ਬਾਅਦ ਉਹ ਜਦੋਂ ਬਹੁਤ ਜ਼ਿਆਦਾ ਵੱਧ ਜਾਂਦਾ ਉਹ ਦੁਬਾਰਾ ਆਉਂਦੇ ਆ,
ਫਿਰ ਉਦੋਂ ਉਹਨਾਂ ਨੂੰ ਲੱਗਦਾ ਵੀ ਸ਼ਾਇਦ ਅਸੀਂ ਗਲਤ ਕੀਤਾ, ਕਿਉਂਕਿ ਕੀ ਹੈ ਨਾ, ਪੇਸ਼ੈਂਟ ਇਕੱਲਾ ਡਿਸਾਈਡ ਨਹੀਂ ਕਰਦਾ, ਪੇਸ਼ੈਂਟ ਦੀ ਟ੍ਰੀਟਮੈਂਟ ਦਾ ਡਿਸੀਜਨ ਉਹਨਾਂ ਦੇ ਸਾਰੇ ਰਿਲੇਟਿਵਸ ਡਿਸਾਈਡ ਕਰਦੇ ਆ। ਕਈ ਵਾਰ ਫੀਮੇਲਸ ਹੁੰਦੀਆਂ ਅਰਾਊਂਡ 40 45, ਉਹਨਾਂ ਨੂੰ ਲੱਗਦਾ ਵੀ ਮੈਨੂੰ ਇਹ ਟੈਸਟ ਕਰਾਉਣਾ ਚਾਹੀਦਾ, ਬਟ ਜੋ ਫੈਮਿਲੀ ਕਹਿੰਦੀ ਹੈ ਵੀ ਨਹੀਂ ਇਹ ਨਹੀਂ ਕਰਾਉਣਾ, ਅਸੀਂ ਆਪਾਂ ਕੁਝ ਟ੍ਰੀਟਮੈਂਟ ਦੂਸਰਾ ਕਰਨਾ ਹੈ ਨਾ, ਦੇਸੀ ਕਰਨਾ ਹੈ, ਤਾਂ ਉਹਦੇ ਵਿੱਚ ਪੇਸ਼ੈਂਟ ਖਰਾਬ ਹੋ ਜਾਂਦਾ, ਉਲਝ ਜਾਂਦਾ। ਸੋ ਡਾਕਟਰ ਸਾਹਿਬ ਜਿਹੜੀ ਐਡਵਾਂਸ ਟੈਕਨੋਲੋਜੀਜ਼ ਹੈ, ਸੋ ਇਹਦੇ ਨਾਲ ਆਪਾਂ ਟ੍ਰੀਟਮੈਂਟ ਨੂੰ ਹੋਰ ਬੈਟਰ ਅੱਗੇ ਤੱਕ ਲਿਜਾ ਸਕਦੇ ਹਾਂ, ਲਾਈਕ ਇਹਦਾ ਕੀ ਤੁਸੀਂ ਪਰਸਪੈਕਟਿਵ ਹੈ ਤੁਹਾਡਾ? ਮੈਨੂੰ ਲੱਗਦਾ ਵੀ ਮੈਂ ਕੈਂਸਰ ਸਪੈਸ਼ਲਿਸਟ ਹੈ ਸ਼ਾਇਦ ਤਾਂ ਕਰਕੇ ਵੀ ਜਿੰਨੀ ਐਡਵਾਂਸਮੈਂਟ ਕੈਂਸਰ 'ਚ ਹੋ ਰਹੀ ਹੈ ਹੋਰ ਕਿਸੇ ਚੀਜ਼ 'ਚ ਨਹੀਂ ਹੋ ਰਹੀ। ਮੈਡੀਸਨ ਦੀ ਗੱਲ ਕਰੀਏ ਜਾਂ ਬਿਮਾਰੀਆਂ ਦੀ ਗੱਲ ਕਰੀਏ, ਹੋ ਸਕਦਾ ਮੈਂ ਗਲਤ ਹੋਵਾਂ, ਬਟ ਮੈਂ ਆਪਣੇ ਆਪ ਇਹ ਮਹਿਸੂਸ ਕਰ ਰਿਹਾ, ਖੁਦ ਇਹ ਮਹਿਸੂਸ ਕਰਦਾ ਵੀ ਕੈਂਸਰ 'ਚ ਬਹੁਤ ਜ਼ਿਆਦਾ ਐਡਵਾਂਸਮੈਂਟ ਹੋ ਰਹੀ ਹੈ। ਸਾਡੀ ਫੀਲਡ ਦੀ ਗੱਲ ਕਰੀਏ, ਮੈਂ ਕੈਂਸਰ ਕੀਮੋਥੈਰੇਪੀ ਸਪੈਸ਼ਲਿਸਟ, ਅਸੀਂ ਪਹਿਲਾਂ ਆਪਦੇ ਆਪ ਨੂੰ ਕੀਮੋਥੈਰੇਪੀ ਸਪੈਸ਼ਲਿਸਟ ਕਹਿੰਦੇ ਸੀ, ਪਰ ਅੱਜ ਦੀ ਡੇਟ 'ਚ ਸਾਡੇ ਕੋਲ ਕਰਨ ਨੂੰ ਬਹੁਤ ਕੁਝ ਹੈਗਾ। ਪਹਿਲਾਂ ਜਿਵੇਂ ਕੀਮੋਥੈਰੇਪੀ ਆਈ, ਫਿਰ ਸਾਡੇ ਕੋਲ ਟਾਰਗੇਟਿਡ ਥੈਰੇਪੀ ਆਈ, ਫਿਰ ਸਾਡੇ ਕੋਲ ਹਾਰਮੋਨਲ ਥੈਰੇਪੀ ਆਈ, ਫਿਰ ਇਮਿਊਨੋਥੈਰੇਪੀ ਆਈ। ਹੁਣ ਜਿਹੜਾ ਏਰਾ ਹੈਗਾ ਉਹ ਇਮਿਊਨੋਥੈਰੇਪੀ ਪਲੱਸ ਕੁਝ ਹੋਰ ADC ਅਸੀਂ ਕਹਿ ਦਿੰਦੇ ਹਾਂ, ਉਹਨਾਂ ਦਾ ਏਰਾ ਹੈ। ਤਾਂ ਅਸੀਂ ਆਪਦੇ ਆਪ 'ਚ ਹੀ ਬੜਾ ਪਿਛਲੇ 20 ਸਾਲਾਂ ਦੇ ਵਿੱਚ ਗਰੋਥ ਦੇਖੀ ਹੈਗੀ ਹੈ, ਜੋ ਕਿ ਸਾਇੰਸ ਲੈ ਕੇ ਆਈ ਹੈ। ਤਾਂ ਜਿਹੜੀ ਇਮਿਊਨੋਥੈਰੇਪੀ ਦੀ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹੈਗਾ, ਇਹ ਨਿਊ ਟੈਕਨੋਲੋਜੀ ਹੈਗੀ ਹੈ। ਇਹ ਆਪਣੇ ਅੰਦਰੋਂ ਹੀ ਇਮਿਊਨਿਟੀ ਇੰਨੀ ਜ਼ਿਆਦਾ ਸਟਰੋਂਗ ਕਰ ਦਿੰਦੀ ਹੈ ਜਿਹਦੇ ਨਾਲ ਕੈਂਸਰ ਸੈੱਲ ਖਤਮ ਹੋਣ ਲੱਗ ਜਾਂਦੇ ਆ, ਅਤੇ ਐਡਵਾਂਸ ਸਟੇਜ ਦੇ ਵਿੱਚ ਵੀ ਦੇਖਿਆ ਗਿਆ ਵੀ ਇਹਨਾਂ ਨਾਲ ਕੈਂਸਰ ਖਤਮ ਹੋ ਰਿਹਾ। ਤਾਂ ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਸੀਗੇ ਵੀ ਹਲਦੀ ਲਓ ਤੁਹਾਨੂੰ ਅੰਦਰੋਂ ਹੀਲਿੰਗ ਕਰੇਗੀ, ਹੈ ਨਾ, ਉਵੇਂ ਹੀ ਹੁਣ ਵਾਪਸ ਕੈਂਸਰ 'ਚ ਆ ਰਿਹਾ ਵੀ ਤੁਸੀਂ ਅੰਦਰੋਂ ਹੀ ਇੰਨੇ ਸਟਰੋਂਗ ਹੋ ਜਾਓ ਵੀ ਤੁਹਾਡੇ ਅੰਦਰ ਇਮਿਊਨਿਟੀ ਇੰਨੀ ਸਟਰੋਂਗ ਹੋ ਜੇ ਕਿ ਤੁਹਾਡੇ 'ਤੇ ਕੈਂਸਰ ਪ੍ਰਭਾਵ ਪਾ ਹੀ ਨਾ ਪਵੇ। ਹੁਣ ਪਿੱਛੇ ਜੇ ਮੈਂ ਕੁਝ ਪੜ੍ਹ ਰਿਹਾ ਸੀਗਾ, ਅਸੀਂ ਦੇਖਿਆ ਵੀ ਜਦੋਂ ਕੈਂਸਰ ਹੋ ਜਾਂਦਾ ਹੈ, ਕੈਂਸਰ ਦਾ ਟ੍ਰੀਟਮੈਂਟ ਹੋ ਜਾਂਦਾ ਹੈ, ਉਦੋਂ ਬਾਅਦ ਵੀ ਕਹਿੰਦੇ ਤੁਸੀਂ ਆਪਣੀ ਐਕਸਰਸਾਈਜ਼ ਹੈ ਨਾ ਰੈਗੂਲਰ ਕਰੋ, ਉਹਦੇ ਨਾਲ ਕੈਂਸਰ ਦੇ ਰਿਕਰੈਂਸ ਦੇ ਚਾਂਸਿਸ ਵੀ ਘੱਟ ਜਾਂਦੇ। ਤਾਂ ਇੰਨਾ ਬੈਨੀਫਿਟ ਆਪਣੀ ਹੈਲਥ ਨੂੰ ਮੇਨਟੇਨ ਕਰਨ ਦਾ ਵੀ ਇੱਕ ਤਾਂ ਕੈਂਸਰ ਹੋਣ ਨਹੀਂ ਦਿੰਦਾ, ਜੇ ਹੋ ਜਾਵੇ ਉਹਦਾ ਟ੍ਰੀਟਮੈਂਟ ਕਰਾ ਕੇ ਉਦੋਂ ਬਾਅਦ ਵੀ ਤੁਸੀਂ ਇਸ ਨੂੰ ਰਿਕਰੈਂਸ ਦੀ ਪ੍ਰੀਵੈਂਸ਼ਨ ਕਰ ਸਕਦੇ ਹੋ, ਰਿਕਰੈਂਸ ਨੂੰ ਵੀ ਰੋਕ ਸਕਦੇ ਹੋ ਆਪਦਾ ਹੈਲਥ ਜਿਹੜਾ ਲਾਈਫ ਸਟਾਈਲ ਨੂੰ ਇੰਪਰੂਵ ਕਰਕੇ। ਔਰ ਜਿਵੇਂ ਫੈਮਿਲੀਜ਼ 'ਚ ਨਾ ਬਹੁਤ ਡਰ ਹੁੰਦਾ ਔਰ ਉਹਨਾਂ ਦਾ ਫੀਅਰ ਜੈਨੂਇਨ ਵੀ ਹੁੰਦਾ, ਬਟ ਕਿਹੜਾ ਜਿਹੜਾ ਬਈ ਇੱਦਾਂ ਦਾ ਫੀਅਰ ਹੈ ਜੋ ਅੱਜ ਦੇ ਟਾਈਮ ਦੇ ਹਿਸਾਬ ਨਾਲ ਤੁਹਾਡੇ ਹਿਸਾਬ ਨਾਲ ਲਾਈਕ ਅਨਨੈਸੈਸਰੀ ਹੈ? ਜੇ ਫੀਅਰ ਦੀ ਗੱਲ ਕਰੀਏ, ਸਭ ਤੋਂ ਪਹਿਲਾਂ ਤਾਂ ਇਹੀ ਹੈ ਵੀ ਕੈਂਸਰ ਹੋ ਗਿਆ ਤਾਂ ਡੈਡ ਐਂਡ ਹੈ ਨਾ, ਜੋ ਆਪਾਂ ਪਹਿਲਾਂ ਡਿਸਕਸ ਕੀਤਾ ਵੀ ਇਹੋ ਜਿਹਾ ਕੋਈ ਗੱਲ ਨਹੀਂ, ਸਾਰੀ ਸਟੇਜਿਸ 'ਚ ਕੈਂਸਰ ਦੇ ਰਿਜ਼ਲਟ ਬਹੁਤ ਸੋਹਣੇ ਆ। ਦੂਸਰਾ ਫੀਅਰ ਲੋਕਾਂ 'ਚ ਹੁੰਦਾ ਇੱਕ ਫਾਈਨੈਂਸ਼ੀਅਲ ਬਰਡਨ ਵੀ ਹੈਗਾ, ਕਿਉਂਕਿ ਕੈਂਸਰ ਦਾ ਟ੍ਰੀਟਮੈਂਟ ਕਾਸਟਲੀ ਹੈ, ਮਲਟੀਪਲ ਥੈਰੇਪੀਜ਼ ਮਲਟੀਪਲ ਮਾਡਲਸ ਜਿਹੜੇ ਹੈਗੇ ਆਪਾਂ ਨੂੰ ਯੂਜ਼ ਕਰਨੇ ਪੈਂਦੇ ਆ, ਕਈਆਂ ਨੂੰ ਸਰਜਰੀ ਕਰਨੀ ਪੈਂਦੀ ਹੈ, ਕੀਮੋਥੈਰੇਪੀ, ਰੇਡੀਓਥੈਰੇਪੀ, ਅੱਜ ਕੱਲ੍ਹ ਇਮਿਊਨੋਥੈਰੇਪੀ ਹੈ, ਬਟ ਉਹ ਕਾਸਟ ਬਹੁਤ ਜ਼ਿਆਦਾ ਹੈਗੀ ਆ। ਤਾਂ ਫਾਈਨੈਂਸ਼ੀਅਲ ਬਰਡਨ ਪੇਸ਼ੈਂਟ 'ਤੇ ਜਾਂ ਉਹਨਾਂ ਦੇ ਰਿਲੇਟਿਵਸ 'ਤੇ ਬਹੁਤ ਜ਼ਿਆਦਾ ਆਉਂਦਾ। ਤਾਂ ਇੱਕ ਉਹ ਇਸ ਚੀਜ਼ ਤੋਂ ਵੀ ਡਰਦੇ ਆ ਵੀ ਜੇ ਅਸੀਂ ਟ੍ਰੀਟਮੈਂਟ ਕਰਾਵਾਂਗੇ ਤਾਂ ਇਹ ਖਰਚਾ ਕੌਣ ਕਰੇਗਾ, ਜੇ ਖਰਚਾ ਕਰਾਂਗੇ ਤਾਂ ਸਾਡਾ ਘਰ ਵਿਕ ਜਾਏਗਾ, ਉਹ ਬੜੀ ਦਿੱਕਤ ਹੈ। ਬਟ ਮੈਂ ਗੌਰਮੈਂਟ ਦਾ, ਪੰਜਾਬ ਗੌਰਮੈਂਟ ਦਾ ਅਤੇ ਸੈਂਟਰਲ ਗੌਰਮੈਂਟ ਦਾ ਬਹੁਤ ਧੰਨਵਾਦ ਕਰਦਾ, ਥੈਂਕਸ ਕਰਦਾ ਵੀ ਉਹਨਾਂ ਨੇ ਇੰਨੀਆਂ ਵਧੀਆ ਸਕੀਮਸ ਲਾਈਆਂ ਵੀ ਹੈ। ਸੈਂਟਰਲ ਗੌਰਮੈਂਟ ਦੀ ਵੀ ਸਕੀਮਸ ਹੈਗੀਆਂ, ਹੁਣ ਲੇਟੈਸਟ ਆਪਣੀ ਪੰਜਾਬ ਗੌਰਮੈਂਟ ਨੇ ਵੀ ਇਸ਼ੂ ਜਾਰੀ ਕੀਤਾ ਹੈਗਾ, ਮੁੱਖ ਮੰਤਰੀ ਸਕੀਮ, ਜਿਹਦੇ ਵਿੱਚ ਕੈਂਸਰ ਦਾ ਇਲਾਜ 10 ਲੱਖ ਤੱਕ ਸਰਕਾਰ ਫ੍ਰੀ ਕਰਾ ਰਹੀ ਹੈ। ਤਾਂ ਗੌਰਮੈਂਟ ਸਪੋਰਟ ਕਰ ਰਹੀ ਹੈ। ਕਈ ਲੋਕਾਂ ਨੂੰ ਇਹਦੇ ਬਾਰੇ ਪਤਾ ਨਹੀਂ, ਤਾਂ ਮੈਂ ਚਾਹੁੰਦਾ ਵੀ ਲੋਕਾਂ ਨੂੰ ਇਹ ਜਾਣਕਾਰੀ ਮਿਲੇ ਵੀ ਕਾਫੀ ਹੱਦ ਤੱਕ ਮਤਲਬ ਤੁਸੀਂ ਇਹਦਾ ਇਲਾਜ ਮਤਲਬ ਆਪਦੀ ਪੋਕਟ ਤੋਂ ਨਹੀਂ ਮਤਲਬ ਲੋੜ ਨਹੀਂ ਪੈਂਦੀ ਕਰਾਉਣ ਦੀ, ਤੁਸੀਂ ਕਰਾ ਸਕਦੇ ਹੋ। ਹੋਰ ਕਈ ਐਕਸ ਸਰਵਿਸਮੈਨ ਹੈਗੇ ਜਿਨ੍ਹਾਂ ਦਾ ਆਰਮੀ ਸੀਗੇ, ਹੈ ਨਾ, ਕੁਝ ਸੈਂਟਰਲ ਗੌਰਮੈਂਟ ਇੰਪਲੋਈ ਹੈ, ਸਟੇਟ ਗੌਰਮੈਂਟ ਇੰਪਲੋਈ ਹੈ, ਉਹ ਸਾਰਿਆਂ ਦੀ ਸਪੋਰਟ ਸਿਸਟਮ ਹੈਗਾ। ਤਾਂ ਫਾਈਨੈਂਸ਼ੀਅਲ ਜਿਹੜਾ ਇਸ਼ੂਜ਼ ਹੈ ਮੈਨੂੰ ਲੱਗਦਾ ਨਹੀਂ ਬਹੁਤ ਜ਼ਿਆਦਾ ਹੈਗਾ, ਜੇ ਉਹਨੂੰ ਚੰਗੀ ਤਰ੍ਹਾਂ ਦੇਖਿਆ ਜਾਵੇ। ਕਈਆਂ ਦਾ ਪ੍ਰਾਈਵੇਟ EPS 'ਚ ਇੰਸ਼ੋਰੈਂਸ ਹੁੰਦਾ ਤਾਂ ਉਹ ਆਪਣਾ ਇਲਾਜ ਕਰਾ ਸਕਦੇ ਆ। ਤੀਸਰਾ ਮੈਨੂੰ ਲੱਗਦਾ ਇਹ ਹੁੰਦਾ ਵੀ ਸ਼ਾਇਦ ਵੀ ਸੋਸ਼ਲ ਸਟਿਗਮਾ ਹੈਗਾ, ਤਾਂ ਕਰਕੇ ਪੇਸ਼ੈਂਟ ਚਾਹੁੰਦਾ ਨਹੀਂ ਵੀ ਮੈਂ ਟੈਸਟ ਕਰਾਵਾਂ, ਮੈਨੂੰ ਡਾਇਗਨੋਸ ਹੋਵੇ ਤਾਂ ਮੇਰੇ ਆਸ ਪੜੋਸ 'ਚ, ਹੈ ਨਾ, ਰਿਸ਼ਤੇਦਾਰਾਂ 'ਚ ਪਤਾ ਲੱਗੇ ਵੀ ਸਾਡੇ ਘਰੇ ਕੈਂਸਰ ਹੈ। ਐਂਡ ਇੱਕ ਹੋਰ ਗੱਲ, ਲਾਈਕ ਇੱਕ ਪ੍ਰੈਕਟੀਕਲ ਸਵਾਲ ਕਿ ਲਾਈਫ ਸਟਾਈਲ ਜਿੱਦਾਂ ਦਾ ਆਪਣਾ ਹੈਗਾ, ਐਕਸਰਸਾਈਜ਼ ਹੋ ਗਈ, ਡਾਇਟ ਹੋ ਗਈ, ਇਹਦਾ ਕੀ ਰੋਲ ਰਹਿੰਦਾ ਹੈ? ਇਹਦੇ ਨਾਲ ਆਪਾਂ ਕੈਂਸਰ ਨੂੰ ਕੁਛ ਲਾਈਕ ਉੱਪਰ ਨੀਚੇ ਰਹਿੰਦਾ ਹੈ, ਇਹਦਾ ਰੋਲ ਕੀ ਹੈ ਐਗਜ਼ੈਕਟ? ਦੇਖੋ, ਅਸੀਂ ਪਹਿਲਾਂ ਇਹ ਮੰਨਦੇ ਸੀ ਜਿਹੜੀ ਕੈਂਸਰ ਹੈ ਇਹ ਵੈਸਟਰਨ ਕੰਟਰੀਜ਼ ਦੀ ਬਿਮਾਰੀ ਹੈ, ਇੰਡੀਆ ਦਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ। ਉਹਦਾ ਕਾਰਨ ਇਹ ਸੀਗਾ ਕਿਉਂਕਿ ਆਪਣੀ ਜਿਹੜੀ ਡਾਈਟ ਸੀ ਉਹ ਬੈਟਰ ਸੀ, ਆਪਾਂ ਫਰੈਸ਼ ਖਾਂਦੇ ਸੀ। ਮਤਲਬ ਹਜੇ ਵੀ ਸਾਡੇ ਬਜ਼ੁਰਗ ਜੇ ਕਹੀਏ ਵੀ ਕੱਲ੍ਹ ਦਾ ਬਣਿਆ ਹੋਇਆ ਤੁਸੀਂ ਕੁਝ ਅੱਜ ਖਾ ਲਓ,
ਉਹ ਮਨਾ ਕਰ ਦਿੰਦੇ ਵੀ ਨਹੀਂ ਮੈਂ ਨਹੀਂ ਖਾਣਾ, ਵੀ ਮੈਨੂੰ ਤਾਂ ਫਰੈਸ਼ ਬਣਾ ਕੇ ਦਿਓ। ਤੇ ਆਪਾਂ ਜੇ ਵੈਸਟਰਨ ਕੰਟਰੀਜ਼ ਦੀ ਗੱਲ ਕਰੀਏ, ਉੱਥੇ ਫਰੈਸ਼ ਕੁਝ ਹੁੰਦਾ ਹੀ ਨਹੀਂ, ਤੁਹਾਨੂੰ ਸਾਰਾ ਹੀ ਪੈਕੇਟ ਵਾਲਾ ਮਿਲੇਗਾ, ਪ੍ਰੋਸੈਸਡ ਮਿਲੇਗਾ। ਤਾਂ ਵੈਸਟਰਨ ਕੰਟਰੀਜ਼ 'ਚ ਕੈਂਸਰ ਜ਼ਿਆਦਾ ਸੀ। ਪਰ ਹੁਣ ਆਪਾਂ ਉਹਨਾਂ ਨੂੰ ਫੋਲੋ ਕਰਦੇ ਕਰਦੇ ਇੰਨਾ ਉਹਨਾਂ 'ਚ ਪੈ ਗਏ ਹੈ ਨਾ, ਆਪਾਂ ਹਰ ਚੀਜ਼ 'ਚ ਪ੍ਰੋਸੈਸਡ ਯੂਜ਼ ਕਰ ਰਹੇ ਹਾਂ, ਪੈਕੇਟ ਵਾਲਾ ਯੂਜ਼ ਕਰ ਰਹੇ ਹਾਂ, ਤਾਂ ਕੈਂਸਰ ਹੌਲੀ ਹੌਲੀ ਆਪਣੇ ਇੰਡੀਆ 'ਚ ਵੀ ਬਹੁਤ ਜ਼ਿਆਦਾ ਵਧਣ ਲੱਗ ਗਿਆ। ਤਾਂ ਮੇਨ ਇਹ ਹੈ ਵੀ ਆਪਣੀ ਡਾਈਟ ਬੈਸਟ ਹੋਣੀ ਚਾਹੀਦੀ ਹੈ। ਬੈਸਟ ਡਾਈਟ ਦਾ ਮਤਲਬ ਹੈ ਵੀ ਬੈਲੈਂਸਡ ਹੋਣੀ ਚਾਹੀਦੀ ਹੈ, ਜਿਹ 'ਚ ਵਧੀਆ ਪ੍ਰੋਟੀਨ ਹੋਣਾ ਚਾਹੀਦਾ ਹੈ, ਮਿਨਰਲਸ ਵਿਟਾਮਿਨਸ ਹੋਣੇ ਚਾਹੀਦੇ ਹੈ, ਰੈਗੂਲਰ ਐਕਸਰਸਾਈਜ਼ ਕਰਨੀ ਚਾਹੀਦੀ ਹੈ। ਬੀੜੀ ਸਿਗਰਟ ਅਸੀਂ ਮੰਨਦੇ ਸਭ ਤੋਂ ਵੱਡਾ ਕਾਰਨ ਹੈ ਕੈਂਸਰ ਦਾ। ਤੇ ਜੇ ਕੋਈ ਬੀੜੀ ਸਿਗਰਟ ਲੈ ਰਿਹਾ ਤਾਂ ਮੈਨੂੰ ਲੱਗਦਾ ਅੱਜ ਹੀ ਉਹਨੂੰ ਛੱਡ ਦੇਣਾ ਚਾਹੀਦਾ, ਕਿਉਂਕਿ ਦੁਨੀਆ 'ਚ ਇੱਕ ਹੀ ਚੀਜ਼ ਹੈ ਜਿਹਦਾ ਕੋਈ ਫਾਇਦਾ ਨਹੀਂ। ਹੋਰ ਸਭ ਚੀਜ਼ਾਂ ਦਾ ਆਪਾਂ ਮੰਨਦੇ ਵੀ ਸ਼ਾਇਦ ਕੁਛ ਨਾ ਕੁਛ ਫਾਇਦਾ ਵੀ ਹੋ ਸਕਦਾ, ਬਟ ਬੀੜੀ ਸਿਗਰਟ ਦਾ ਕਿਸੇ ਨੂੰ ਕੋਈ ਫਾਇਦਾ ਨਹੀਂ। ਤਾਂ ਬੀੜੀ ਸਿਗਰਟ ਮੂੰਹ ਦਾ ਕੈਂਸਰ, ਫੇਫੜੇ ਦਾ ਕੈਂਸਰ, ਇਸੋਫੇਗਸ ਖਾਣੇ ਵਾਲੀ ਨਾਲੀ ਦਾ ਕੈਂਸਰ, ਇਹਦਾ ਬਹੁਤ ਵੱਡਾ ਕਾਰਨ ਹੈ। ਤਾਂ ਜਦੋਂ ਵੀ ਸਾਡੇ ਕੋਲ ਕੋਈ ਫੇਫੜੇ ਦਾ ਕੈਂਸਰ ਦਾ, ਲੰਗ ਕੈਂਸਰ ਦਾ ਮਰੀਜ਼ ਆਉਂਦਾ, ਸਾਡਾ ਪਹਿਲਾ ਕੁਐਸਚਨ ਇਹੀ ਹੁੰਦਾ ਵੀ ਤੁਸੀਂ ਬੀੜੀ ਸਿਗਰਟ ਪੀਂਦੇ ਹੋ? ਤੇ 90-95% ਲੋਕੀ ਕਹਿੰਦੇ ਯੈਸ ਅਸੀਂ ਛੱਡਤੀ ਬਟ ਪੀਂਦੇ ਸੀ। ਮੂੰਹ ਦਾ ਕੈਂਸਰ ਹੈ, ਫਿਰ ਸੇਮ ਕੁਐਸਚਨ ਹੁੰਦਾ। ਤਾਂ ਬੀੜੀ ਸਿਗਰਟ ਇੱਕ ਬਹੁਤ ਵੱਡਾ ਕਾਰਨ ਹੈਗਾ ਜਿਹੜਾ ਇਹ ਕੈਂਸਰ ਵਧਾਉਂਦਾ ਹੈਗਾ। ਤੇ ਬਾਕੀ ਹੋਰ ਆਪਾਂ ਫੈਕਟਰਸ ਕਹਿ ਸਕਦੇ, ਸ਼ਰਾਬ ਹੈ ਨਾ, ਉਹਦੇ ਨਾਲ ਲੀਵਰ ਕੈਂਸਰ ਹੋ ਸਕਦਾ ਹੈ, ਬਲੈਡਰ ਕੈਂਸਰ ਹੋ ਸਕਦਾ ਹੈ, ਓਬੈਸਿਟੀ, ਤੇ ਇਹ ਸਾਰੇ ਫੈਕਟਰਸ ਹੈਗੇ ਜਿਹੜੇ ਮੈਨੂੰ ਲੱਗਦਾ ਆਪਾਂ ਨੂੰ ਧਿਆਨ 'ਚ ਰੱਖਣੇ ਚਾਹੀਦੇ ਆ। ਰਾਈਟ। ਐਂਡ ਟ੍ਰੀਟਮੈਂਟ ਦੇ ਬਾਅਦ ਲਾਈਕ ਜਰਨੀ ਖਤਮ ਨਹੀਂ ਹੁੰਦੀ। ਜਦੋਂ ਕੈਂਸਰ ਦਾ ਟ੍ਰੀਟਮੈਂਟ ਹੋ ਜਾਂਦਾ ਹੈ ਤੇ ਉਹਦੇ ਬਾਅਦ ਆਪਾਂ ਨੂੰ ਕੀ ਕਰਨਾ ਚਾਹੀਦਾ ਸੋ ਦੈਟ ਆਪਾਂ ਨੂੰ ਦੁਬਾਰਾ ਤੋਂ ਨਾ ਹੋਵੇ ਕੈਂਸਰ? ਦੇਖੋ, ਬਹੁਤ ਕੁਝ ਆਪਾਂ ਨੂੰ ਕਰਨਾ ਚਾਹੀਦਾ, ਬਟ ਬਹੁਤ ਕੁਝ ਆਪਣੇ ਕੰਟਰੋਲ 'ਚ ਨਹੀਂ ਵੀ ਹੈਗਾ। ਠੀਕ ਹੈ, ਕੈਂਸਰ ਹੋਣਾ ਆਪਣੇ ਕੰਟਰੋਲ 'ਚ ਨਹੀਂ ਹੈਗਾ, ਤਾਂ ਉਵੇਂ ਹੀ ਕੈਂਸਰ ਵਾਪਸ ਆਉਣਾ ਵੀ ਆਪਣੇ ਕੰਟਰੋਲ 'ਚ ਨਹੀਂ ਹੈਗਾ। ਬਟ ਜੋ ਆਪਾਂ ਕਰ ਸਕਦੇ ਹਾਂ ਉਹ ਹੈਗਾ ਵੀ ਇੱਕ ਤਾਂ ਰੈਗੂਲਰ ਥੋੜ੍ਹੀ ਐਕਸਰਸਾਈਜ਼ ਹੋਣੀ ਚਾਹੀਦੀ ਹੈ। ਇਕੱਲੀ ਸਿੰਪਲ ਆਪਾਂ ਕਹੀਏ ਵਾਕਿੰਗ ਕਰ ਰਹੇ ਹਾਂ, ਜੋਗਿੰਗ ਕਰ ਰਹੇ ਹਾਂ, ਉਹ ਨਹੀਂ। ਮੈਂ ਮੰਨਦਾ ਵੀ ਸਟਰੈਂਥ ਐਕਸਰਸਾਈਜ਼ ਵੀ ਆਪਣੀ ਪਾਰਟ ਆਫ ਲਾਈਫ ਹੋਣਾ ਚਾਹੀਦਾ ਹਰ ਬੰਦੇ ਦੀ, ਚਾਹੇ ਜਿਹੜੀ ਵੀ ਏਜ ਦਾ ਹੈਗਾ। ਦੂਸਰਾ, ਡਾਈਟ ਵਧੀਆ ਹੋਣੀ ਚਾਹੀਦੀ ਹੈ, ਬੈਲੈਂਸ ਡਾਈਟ ਹੋਣੀ ਚਾਹੀਦੀ ਹੈ, ਜਿਸ ਪ੍ਰੋਟੀਨਸ, ਮਿਨਰਲਸ, ਵਿਟਾਮਿਨਸ ਹੈ ਨਾ, ਕਾਰਬੋਹਾਈਡਰੇਟਸ, ਫੈਟ ਵੀ ਸਾਰਾ ਕੁਝ ਐਡਿਕੁਏਟ ਅਮਾਊਂਟਸ ਜਾਂ ਪ੍ਰੋਪਰ ਮਾਤਰਾ ਦੇ ਵਿੱਚ ਹੋਣਾ ਚਾਹੀਦਾ ਹੈਗਾ। ਤੀਸਰਾ ਇਹ ਵੀ ਸਟ੍ਰੈਸ ਵੀ ਇੱਕ ਬਹੁਤ ਵੱਡਾ ਫੈਕਟਰ ਹੈ, ਕਿਉਂਕਿ ਜਦੋਂ ਕੈਂਸਰ ਹੋ ਜਾਂਦਾ ਹੈ ਉਦੋਂ ਪੇਸ਼ੈਂਟ ਦੇ ਰਿਸ਼ਤੇਦਾਰਾਂ 'ਚ ਬਹੁਤ ਸਟ੍ਰੈਸ ਆ ਜਾਂਦੀ ਹੈ। ਇਹ ਜਿਹੜੀ ਸਟ੍ਰੈਸ ਹੈ ਬੜੇ ਨੈਗੇਟਿਵ ਹਾਰਮੋਨਸ ਕ੍ਰੀਏਟ ਕਰਦੀ ਹੈ ਤੇ ਆਪਣੀ ਜਿਹੜੀ ਇਮਿਊਨਿਟੀ ਅੰਦਰ ਦੀ ਉਹਨੂੰ ਡਾਊਨ ਕਰਦੀ ਹੈ। ਤਾਂ ਜਿਹੜਾ ਇਹ ਸਟ੍ਰੈਸ ਵਾਲਾ ਪਾਰਟ ਹੈ ਇਹ ਵੀ ਆਪਾਂ ਨੂੰ ਮਤਲਬ ਧਿਆਨ 'ਚ ਰੱਖਣਾ ਚਾਹੀਦਾ ਟ੍ਰੀਟਮੈਂਟ ਦੇ ਦੌਰਾਨ ਤੇ ਟ੍ਰੀਟਮੈਂਟ ਤੋਂ ਬਾਅਦ ਵੀ। ਟ੍ਰੀਟਮੈਂਟ ਤੋਂ ਬਾਅਦ ਆਪਾਂ ਕਿਵੇਂ, ਜਾਂ ਟ੍ਰੀਟਮੈਂਟ ਦੌਰਾਨ ਕਿਵੇਂ ਇਹਨੂੰ ਕਰ ਸਕਦੇ ਹਾਂ? ਆਪਾਂ ਪ੍ਰੋਪਰ ਸਲੀਪ ਲੈ ਕੇ, ਹੈ ਨਾ, ਵੀ ਆਪਣੀ ਨੀਂਦ ਪੂਰੀ ਹੋਣੀ ਚਾਹੀਦੀ ਹੈ, ਮਿਨੀਮਮ 7 ਤੋਂ 8 ਘੰਟੇ ਅਸੀਂ ਮੰਨਦੇ ਹਾਂ। ਯੋਗਾ, ਮੈਡੀਟੇਸ਼ਨ ਕਰਨੀ ਚਾਹੀਦੀ ਹੈ ਨਾ, ਤੇ ਥੋੜ੍ਹੀ ਬਹੁਤ ਆਊਟਿੰਗ ਵੀ ਕਰਨੀ ਚਾਹੀਦੀ ਹੈ। ਲੋਕੀ ਕੀ ਕਰਦੇ, ਉਹ ਘਰੇ ਹੀ ਬੰਨੇ ਰਹਿੰਦੇ ਆ, ਵੀ ਜਦੋਂ ਕੈਂਸਰ ਹੋ ਗਿਆ ਬਾਹਰ ਅੰਦਰ ਜਾਣਾ ਛੱਡਤਾ, ਰਿਸ਼ਤੇਦਾਰੀ 'ਚ ਜਾਣਾ ਛੱਡਤਾ, ਕੋਈ ਫੈਮਿਲੀ ਫੰਕਸ਼ਨ 'ਚ ਜਾਣਾ ਛੱਡਤਾ, ਹੈ ਨਾ, ਉਸ ਤੋਂ ਬਾਅਦ ਵੀ ਉਹ ਘਰੇ ਹੀ ਰਹਿੰਦੇ। ਤਾਂ ਉਹਦੇ ਨਾਲ ਕੀ ਹੈ ਵੀ ਉਹ ਨੈਗੇਟਿਵ ਐਟਮੋਸਫੀਅਰ ਹੀ ਬਣਿਆ ਰਹਿੰਦਾ। ਜਦੋਂ ਤੁਸੀਂ ਬਾਹਰ ਜਾਂਦੇ ਹੋ, ਦੂਸਰੇ ਲੋਕਾਂ ਨੂੰ ਮਿਲਦੇ ਹੋ, ਤਾਂ ਕੁਛ ਨਾ ਕੁਛ ਪੋਜ਼ਿਟਿਵਿਟੀ ਮਿਲਦੀ ਹੈ। ਤਾਂ ਉਹ ਪਾਰਟ ਨੂੰ ਵੀ ਧਿਆਨ ਦੇਣਾ ਜ਼ਰੂਰੀ ਹੈ। ਐਂਡ ਰਿਕਵਰੀ ਜਿਹੜਾ ਫੇਜ਼ ਹੁੰਦਾ ਉਹਦੇ ਵਿੱਚ ਆਪਾਂ ਨੂੰ ਕਿਸ ਚੀਜ਼ ਦੇ ਕੇਅਰ ਦੀ ਨੀਡ ਰਹਿੰਦੀ ਹੈ? ਟ੍ਰੀਟਮੈਂਟ ਦੌਰਾਨ ਜੇ ਆਪਾਂ ਕੀਮੋਥੈਰੇਪੀ ਦੌਰਾਨ ਰਿਕਵਰੀ ਦੀ ਗੱਲ ਕਰੀਏ ਤਾਂ ਨੋਰਮਲੀ ਅਸੀਂ ਮੰਨਦੇ ਵੀ ਜਦੋਂ ਕੀਮੋਥੈਰੇਪੀ ਦਿੰਦੇ ਹਾਂ ਉਹਦਾ ਜਿਹੜੇ ਸਾਈਡ ਇਫੈਕਟਸ ਆਉਣੇ ਆ ਉਹ ਨੈਕਸਟ 10 to 15 ਡੇਜ਼ ਤੱਕ ਆਉਂਦੇ ਹੈਗੇ ਆ। ਤਾਂ ਉਸ ਦੌਰਾਨ ਆਪਣੀ ਡਾਈਟ ਵਧੀਆ ਹੋਣੀ ਚਾਹੀਦੀ ਹੈ। ਪੇਸ਼ੈਂਟ ਨੂੰ ਪ੍ਰੋਬਲਮ ਆਉਂਦੀ ਹੈ, ਉਹ ਚੰਗਾ ਖਾ ਨਹੀਂ ਪਾਉਂਦੇ ਕਿਉਂਕਿ ਥੋੜ੍ਹਾ ਐਪੀਟਾਈਟ ਘੱਟ ਜਾਂਦਾ ਹੈਗਾ। ਤਾਂ ਉਹ ਥੋੜ੍ਹਾ ਜਿਹਾ ਆਪਾਂ ਨੂੰ ਮੋਟੀਵੇਟ ਕਰਕੇ ਜਾਂ ਆਪਾਂ ਨੂੰ ਆਪਣੇ ਆਪ 'ਚ ਅੰਦਰ ਇਹ ਲੈ ਕੇ ਵੀ ਨਹੀਂ ਮੈਂ ਖਾਣਾ ਹੀ ਖਾਣਾ ਹੈ, ਠੀਕ ਹੈ, ਉਹ ਚੀਜ਼ ਦਾ ਧਿਆਨ ਰੱਖਣਾ ਜ਼ਰੂਰੀ ਹੈ। ਥੋੜ੍ਹੀ ਬਹੁਤ ਐਕਸਰਸਾਈਜ਼ ਕਰਦੇ ਰਹਿਣਾ ਚਾਹੀਦਾ ਹੈ। ਨੀਂਦ, ਸਲੀਪ ਚੰਗੀ ਹੋਣੀ ਚਾਹੀਦੀ ਹੈ ਨਾ। ਤਾਂ ਇਹ ਕੁਝ ਫੈਕਟਰਸ ਹੈਗੇ ਆ ਵੀ ਆਪਾਂ ਜਿਹ 'ਚ ਰਿਕਵਰੀ ਬੈਟਰ ਲਿਆ ਸਕਦੇ ਹਾਂ, ਪੋਜ਼ਿਟਿਵਿਟੀ ਦੇ ਨਾਲ ਰਿਕਵਰੀ ਲਿਆ ਸਕਦੇ ਹਾਂ। ਸਰ, ਬਠਿੰਡਾ 'ਚ ਮੈਂ ਸੁਣਿਆ ਕਿ ਕੈਂਸਰ ਟ੍ਰੀਟਮੈਂਟ ਦੇ ਕਾਫੀ ਲਾਈਕ ਫੈਸਿਲਿਟੀਜ਼ ਹੈਗੀਆਂ ਨੇ, ਤੇ ਤੁਹਾਡੇ ਹਸਪੀਟਲ ਵੱਲੋਂ ਕੀ ਫੈਸਿਲਿਟੀਜ਼ ਪ੍ਰੋਵਾਈਡਡ ਹੈ ਪੇਸ਼ੈਂਟਸ ਲਈ? ਅਸੀਂ ਪਿਛਲੇ 12-13 ਸਾਲਾਂ ਤੋਂ ਬਠਿੰਡੇ 'ਚ ਕੰਮ ਕਰ ਰਹੇ ਹਾਂ ਕੈਂਸਰ ਤੇ ਸਾਡੇ ਹਸਪੀਟਲਸ ਜੋ ਵੀ ਕੈਂਸਰ ਪੇਸ਼ੈਂਟ ਨੂੰ ਟ੍ਰੀਟਮੈਂਟ ਦੀ ਲੋੜ ਹੈਗੀ ਹੈ, ਮੇਨਲੀ ਜੀ 'ਚ ਅਸੀਂ ਕੀਮੋਥੈਰੇਪੀ, ਸਰਜਰੀ ਜਾਂ ਰੇਡੀਓਥੈਰੇਪੀ, ਉਹ ਤਿੰਨੋਂ ਫੈਸਿਲਿਟੀ ਸਾਡੇ ਕੋਲ ਹੈਗੀਆਂ। ਪਲੱਸ ਅੱਜ ਦੀ ਡੇਟ 'ਚ ਅਸੀਂ ਇਹ ਮੰਨਦੇ ਹਾਂ ਵੀ ਕੈਂਸਰ ਪੇਸ਼ੈਂਟਸ ਨੂੰ ਟ੍ਰੀਟਮੈਂਟ ਦੇ ਨਾਲ ਨਾਲ ਡਾਇਗਨੋਸਟਿਕ ਦੀ ਵੀ ਬਹੁਤ ਲੋੜ ਰਹਿੰਦੀ ਹੈ, ਜਿਹ 'ਚ ਅਸੀਂ ਕਹਿ ਸਕਦੇ ਹਾਂ ਵੀ ਐਡਵਾਂਸ ਜੀਨ ਟੈਸਟ ਜਾਂ ਪੈਟ ਸੀਟੀ ਸਕੈਨ, ਇਹ ਸਾਰੀ ਫੈਸਿਲਿਟੀਜ਼ ਵੀ ਸਾਡੇ ਅਵੇਲੇਬਲ ਹੈਗੀਆਂ। ਤਾਂ ਮੋਰਲੈਸ ਵੀ ਇਹੋ ਜਿਹੀ ਕੋਈ ਫੈਸਿਲਿਟੀ ਨਹੀਂ ਹੈਗੀ ਜਿਹੜੀ ਆਪਾਂ ਕਹੀਏ ਵੀ ਦਿੱਲੀ ਜਾਂ ਬੰਬੇ 'ਚ ਅਵੇਲੇਬਲ ਹੈ ਤੇ ਬਠਿੰਡੇ ਅਵੇਲੇਬਲ ਨਹੀਂ ਹੈਗੀ। ਤਾਂ ਆਲਮੋਸਟ ਸਾਡੇ ਕੋਲ ਸਾਰਾ ਕੁਝ ਉਹ ਅਵੇਲੇਬਲ ਹੈ
ਜਿਹੜਾ ਆਪਾਂ ਵੱਡੀ ਸਿਟੀਜ਼ ਜਾਂ ਇੱਕ ਕੈਂਸਰ ਪੇਸ਼ੈਂਟ ਦੀ ਟ੍ਰੀਟਮੈਂਟ ਵਾਸਤੇ ਐਕਸਪੈਕਟ ਕਰਦੇ ਹਾਂ, ਉਹ ਸਾਰਾ ਕੁਝ ਆਪਣੇ ਕੋਲ ਅਵੇਲੇਬਲ ਹੈ। ਸਾਨੂੰ ਕਰਨਾ ਪੈਂਦਾ ਹੈ, ਕਰਨਾ ਚਾਹੀਦਾ ਹੈਗਾ, ਕਿਉਂਕਿ ਜੇ ਕੋਈ ਕੈਂਸਰ ਪੇਸ਼ੈਂਟ ਹੈ ਤਾਂ ਉਹਨੂੰ ਜੇ ਬੈਸਟ ਕੇਅਰ ਦੇਣੀ ਹੈ ਤਾਂ ਤੁਹਾਨੂੰ ਫੈਸਿਲਿਟੀਜ਼ ਪ੍ਰੋਵਾਈਡ ਕਰਨੀਆਂ ਪੈਣਗੀਆਂ। ਐਂਡ ਲਾਈਕ ਜਦੋਂ ਕੈਂਸਰ ਪੇਸ਼ੈਂਟ ਰਿਕਵਰ ਹੋ ਜਾਂਦਾ ਹੈ ਤੇ ਮੈਂਟਲ ਹੀਲਿੰਗ ਕਿਸ ਤਰੀਕੇ ਨਾਲ ਉਹ ਕਰ ਸਕਦੇ ਨੇ ਤਾਂ ਕਿ ਉਹਨਾਂ ਦੀ ਫਿਜ਼ੀਕਲ ਰਿਕਵਰੀ ਹੋਰ ਵੀ ਜ਼ਿਆਦਾ ਬੈਟਰ ਹੋ ਜਾਏ? ਇਹ ਪਾਰਟ ਨਾ ਮੈਨੂੰ ਲੱਗਦਾ ਬਹੁਤ ਮਿਸ ਹੁੰਦਾ ਹੈਗਾ। ਅਸੀਂ ਵੀ ਸ਼ਾਇਦ ਬਹੁਤ ਜ਼ਿਆਦਾ ਇਸ ਚੀਜ਼ 'ਤੇ ਧਿਆਨ ਨਹੀਂ ਦਿੰਦੇ, ਪਰ ਇਹ ਮੰਨਦੇ ਹਾਂ ਵੀ ਮੈਂਟਲ ਜਿਹੜੀ ਹੈਲਥ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ। ਅਤੇ ਹਰ ਪੇਸ਼ੈਂਟ, ਕੈਂਸਰ ਪੇਸ਼ੈਂਟ ਬੜਾ ਟਰੋਮਾ 'ਚ ਹੁੰਦਾ ਹੈ, ਉਹਦੇ ਡੇ 1 ਤੋਂ ਹੀ ਮੈਂਟਲ ਬ੍ਰੇਕਡਾਊਨ ਹੋਇਆ ਹੁੰਦਾ ਅਤੇ ਉਹਦੇ ਕਾਰਨ ਉਹਦੀ ਜਿਹੜੀ ਰਿਕਵਰੀ ਵੀ ਠੀਕ ਨਹੀਂ ਹੁੰਦੀ। ਤਾਂ ਇਸ ਦਾ ਇੱਕ ਮੈਨੂੰ ਲੱਗਦਾ ਇੱਕ ਸਾਈਕੋਲੋਜਿਸਟ ਦਾ ਹੋਣਾ ਬਹੁਤ ਜ਼ਰੂਰੀ ਹੈ, ਜੋ ਉਸਨੂੰ ਮੋਟੀਵੇਟ ਕਰਦਾ ਰਹੇ, ਟਾਈਮ ਟੂ ਟਾਈਮ ਉਹਨੂੰ ਗਾਈਡ ਕਰਦਾ ਰਹੇ। ਪਲੱਸ ਫੈਮਿਲੀ ਸਪੋਰਟ ਦੀ ਬੜੀ ਜ਼ਰੂਰਤ ਰਹਿੰਦੀ ਹੈ। ਜੇ ਫੈਮਿਲੀਜ਼ 'ਚ ਇਹ ਕੰਸੈਪਟ ਆ ਜੇ ਵੀ ਕੈਂਸਰ ਟਰੀਟ ਹੋ ਸਕਦਾ ਹੈ, ਕੈਂਸਰ ਕਿਉਰ ਹੋ ਸਕਦਾ ਹੈ, ਅਤੇ ਜੇ ਕੈਂਸਰ ਪੇਸ਼ੈਂਟ ਕਿਸੇ ਚੀਜ਼ ਨੂੰ ਰਿਸਪੌਂਡ ਕਰੇਗਾ ਤਾਂ ਉਹਦੇ 'ਚ ਮੈਂਟਲ ਹੈਲਥ ਦਾ ਵੀ ਰੋਲ ਹੈਗਾ। ਤਾਂ ਉਹਦੇ ਨਾਲ ਕੀ ਹੈ ਵੀ ਪੇਸ਼ੈਂਟਸ ਦੇ ਅੰਦਰ ਪੋਜ਼ੀਟਿਵ ਹਾਰਮੋਨਸ ਰਹਿਣਗੇ, ਉਹਨਾਂ ਦਾ ਐਪੇਟਾਈਟ ਠੀਕ ਰਹੇਗਾ, ਉਹਨਾਂ ਦੀ ਸਲੀਪ ਠੀਕ ਰਹੇਗੀ, ਉਹਨਾਂ ਨੂੰ ਕੀਮੋਥੈਰੇਪੀ ਦੇ ਜਾਂ ਕਿਸੇ ਵੀ ਕੈਂਸਰ ਟਰੀਟਮੈਂਟ ਦੇ ਸਾਈਡ ਇਫੈਕਟਸ ਘੱਟ ਆਉਣਗੇ, ਤਾਂ ਉਹਨਾਂ ਦੀ ਰਿਕਵਰੀ ਬੈਟਰ ਹੋਏਗੀ। ਟਰੀਟਮੈਂਟ ਤੋਂ ਬਾਅਦ ਵੀ ਅਸੀਂ ਇਹ ਮੰਨਦੇ ਹਾਂ ਵੀ ਪੇਸ਼ੈਂਟ 'ਚ ਇਹ ਪੋਜ਼ੀਟਿਵਿਟੀ ਮੇਨਟੇਨ ਰਹਿਣੀ ਚਾਹੀਦੀ ਹੈ ਤਾਂ ਕਿ ਇਹਦੇ ਰਿਕਰੈਂਸ ਰੇਟ ਜਿਹੜਾ ਹਰ ਕੈਂਸਰ 'ਚ ਹੁੰਦਾ ਹੈਗਾ ਉਹ ਘਟ ਜੇ। ਤਾਂ ਮੈਂਟਲ ਹੈਲਥ ਦਾ ਬਹੁਤ ਵੱਡਾ ਰੋਲ ਹੈ, ਉਸ ਨੂੰ ਬੜਾ ਹੀ ਧਿਆਨ ਨਾਲ ਅਤੇ ਬੜਾ ਹੀ ਮੈਨੂੰ ਲੱਗਦਾ ਪੂਰਾ ਜ਼ੋਰ ਪਾ ਕੇ ਆਪਾਂ ਨੂੰ ਕਹਿ ਸਕਦੇ ਹਾਂ ਵੀ ਉਸ ਚੀਜ਼ 'ਤੇ ਧਿਆਨ ਦੇਣਾ ਚਾਹੀਦਾ। ਮੈਡੀਟੇਸ਼ਨ ਕਰ ਯੈਸ, ਮੈਡੀਟੇਸ਼ਨ ਕਰਨੀ ਚਾਹੀਦੀ ਹੈ, ਯੋਗਾ ਕਰਨਾ ਚਾਹੀਦਾ ਹੈ, ਫਿਜ਼ੀਕਲ ਐਕਸਰਸਾਈਜ਼ ਜਿੰਨੀ ਪੋਸੀਬਲ ਹੈ ਉਹ ਕਰਨੀ ਚਾਹੀਦੀ ਹੈ ਨਾ। ਤਾਂ ਇਹ ਸਾਰੇ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਪੇਸ਼ੈਂਟ ਨੂੰ ਮੈਂਟਲ ਸਟ੍ਰੈਸ ਤੋਂ ਰਿਲੀਵ ਦਿੰਦੀਆਂ। ਰਾਈਟ, ਸੋ ਲਾਸਟ ਆਈ ਵੁੱਡ ਲਾਈਕ ਟੂ ਆਸਕ ਕਿ ਤੁਸੀਂ ਆਪਣੇ ਵਿਊਅਰਸ ਨੂੰ ਕੀ ਕਹਿਣਾ ਚਾਹੋਗੇ, ਮਿਡਲ ਏਜ, ਯੰਗ, ਐਲਡਰ, ਕਿ ਆਪਾਂ ਕੈਂਸਰ ਤੋਂ ਕਿਵੇਂ ਬਚ ਸਕਦੇ ਹਾਂ ਸਿੰਪਲ ਲੈਂਗੁਏਜ 'ਚ? ਕੈਂਸਰ ਤੋਂ ਬਚਣਾ ਪੋਸੀਬਲ ਹੈ। ਉਹਦੇ ਲਈ ਮੈਂ ਕਹੂੰਗਾ ਵੀ ਇੱਕ ਤਾਂ ਆਪਾਂ ਨੂੰ ਫਿਜ਼ੀਕਲੀ ਅਤੇ ਮੈਂਟਲੀ ਸਟਰੋਂਗ ਹੋਣਾ ਪਏਗਾ, ਆਪਣੀ ਇਮਿਊਨਿਟੀ ਨੂੰ ਬਹੁਤ ਜ਼ਿਆਦਾ ਸਟਰੋਂਗ ਰੱਖਣਾ ਪਏਗਾ। ਤਾਂ ਉਹਦੇ ਲਈ ਇੱਕ ਤਾਂ ਫਿਜ਼ੀਕਲ ਐਕਸਰਸਾਈਜ਼ ਬਹੁਤ ਜ਼ਰੂਰੀ ਹੈ, ਆਪਣੀ ਡਾਈਟ ਵਧੀਆ ਹੋਣੀ ਚਾਹੀਦੀ ਹੈ, ਜਿਸ 'ਚ ਪ੍ਰੋਟੀਨਸ, ਮਿਨਰਲਸ, ਵਿਟਾਮਿਨਸ ਹੋਣੇ ਚਾਹੀਦੇ ਹੈ। ਬੀੜੀ ਸਿਗਰਟ ਦੇ ਆਪਾਂ ਬਿਲਕੁਲ ਨੇੜੇ ਵੀ ਨਹੀਂ ਜਾਣਾ, ਨਾ ਤਾਂ ਐਕਟਿਵ ਸਮੋਕਿੰਗ ਨਾ ਪੈਸਿਵ ਸਮੋਕਿੰਗ। ਐਲਕੋਹਲ ਤੋਂ ਦੂਰ ਰਹਿਣਾ ਹੈਗਾ। ਇੱਕ ਵੈਕਸੀਨੇਸ਼ਨ ਪਾਰਟ ਮਿਸ ਹੋਇਆ ਸੀਗਾ, ਉਹ ਮੈਂ ਜ਼ਰੂਰ ਦੱਸਣਾ ਚਾਹੁੰਦਾ ਵੀ ਜਿਹੜਾ ਇੱਕ HPV ਵੈਕਸੀਨ ਹੈਗਾ ਉਹ ਫੀਮੇਲਸ ਨੂੰ 9 ਸਾਲ ਤੋਂ 26 ਸਾਲ ਤੱਕ, ਹੁਣ 45 ਸਾਲ ਤੱਕ ਵੀ ਕਿਹਾ ਜਾਂਦਾ, ਉਹ ਵੈਕਸੀਨੇਸ਼ਨ ਕਰਵਾਉਣਾ ਚਾਹੀਦਾ ਹੈਗਾ। ਹੈਪੇਟਾਈਟਿਸ B ਵੈਕਸੀਨੇਸ਼ਨ ਕਰਵਾਉਣਾ ਚਾਹੀਦਾ ਹੈਗਾ, ਜਿਹਦੇ ਨਾਲ ਇਹ ਕੈਂਸਰ ਕੁਝ ਬਚਤ ਕੀਤੀ ਜਾ ਸਕਦੀ ਹੈ। ਅਤੇ ਬਾਕੀ ਆਪਣੀ ਸਟ੍ਰੈਸ ਕਿਸੇ ਚੀਜ਼ ਦਾ ਨਹੀਂ ਰੱਖਣਾ ਚਾਹੀਦਾ, ਮੈਂਟਲੀ ਬੰਦੇ ਨੂੰ ਸਟਰੋਂਗ ਰਹਿਣਾ ਚਾਹੀਦਾ ਹੈ ਤਾਂ ਕਿ ਇਹ ਬਿਮਾਰੀਆਂ ਨੇੜੇ ਨਾ ਆ ਸਕਣ। ਦੂਜਾ, ਨੀਡਲ ਟੈਸਟ ਦੀ ਜ਼ਰੂਰ ਮੈਂ ਇੱਕ ਵਾਰ ਦੁਬਾਰਾ ਕਹਿਣਾ ਚਾਹੂੰਗਾ ਵੀ ਹਰ ਬੰਦਾ ਭੱਜਦਾ ਵੀ ਅਸੀਂ ਸ਼ਾਇਦ ਨੀਡਲ ਟੈਸਟ ਨਹੀਂ ਕਰਾਉਣਾ, ਇਹਦੇ ਨਾਲ ਫੈਲ ਜਾਏਗਾ। ਇਹ ਬਿਲਕੁਲ ਗਲਤ ਹੈ। ਕੋਈ ਵੀ ਕੈਂਸਰ ਦਾ ਟਰੀਟਮੈਂਟ ਬਿਨਾਂ ਨੀਡਲ ਟੈਸਟ ਤੋਂ ਨਹੀਂ ਹੁੰਦਾ। ਤਾਂ ਮੈਂ ਚਾਹੁੰਦਾ ਵੀ ਹਰ ਪੇਸ਼ੈਂਟ, ਜੇ ਕੈਂਸਰ ਦਾ ਡਾਊਟ ਆਇਆ ਹੈਗਾ ਅਤੇ ਡਾਕਟਰ ਨੇ ਨੀਡਲ ਟੈਸਟ ਐਡਵਾਈਸ ਕੀਤਾ ਹੈ ਤਾਂ ਬਿਨਾਂ ਟਾਈਮ ਵੇਸਟ ਕੀਤੇ ਉਹ ਟੈਸਟ ਕਰਵਾਓ, ਡਾਇਗਨੋਸ ਕਰਵਾ ਕੇ ਜਲਦੀ ਤੋਂ ਜਲਦੀ ਟਰੀਟਮੈਂਟ ਸਟਾਰਟ ਕਰਾਓ, ਕਿਉਂਕਿ ਜਿੰਨਾ ਟਾਈਮ ਆਪਾਂ ਸੋਚਣ 'ਤੇ ਲਗਾ ਰਹੇ ਹਾਂ ਉਹ ਕੈਂਸਰ ਆਪਣੇ ਲਈ ਰੁਕੇਗਾ ਨਹੀਂ, ਉਹਨੇ ਵਧੀ ਜਾਣਾ। ਤਾਂ ਆਪਾਂ ਇਹ ਨਹੀਂ ਹੈਗਾ ਵੀ ਆਪਾਂ ਚਲੋ 2 ਮਹੀਨੇ ਦੇਖ ਲੈਂਦੇ, 4 ਮਹੀਨੇ ਕੋਈ ਦੇਸੀ ਮੈਡੀਸਨ ਲੈ ਕੇ ਦੇਖ ਲੈਂਦੇ ਹਾਂ, ਤਾਂ ਉਦੋਂ ਬਾਅਦ ਜੇ ਨਾ ਠੀਕ ਹੋਇਆ ਤਾਂ ਆਪਾਂ ਟਰੀਟਮੈਂਟ ਕਰਾਵਾਂਗੇ। ਉਹ 2-4 ਮਹੀਨੇ ਕਈ ਵਾਰ ਇੰਨੇ ਭਾਰੀ ਹੋ ਜਾਂਦੇ ਆ ਵੀ ਤੁਹਾਡਾ ਪਹਿਲੀ ਸਟੇਜ ਦਾ ਕੈਂਸਰ ਚੌਥੀ ਸਟੇਜ ਚਲਾ ਜਾਂਦਾ ਅਤੇ ਫਿਰ ਪਿੱਛੇ ਕੁਝ ਨਹੀਂ ਹੱਥ ਆਉਂਦਾ। So thank you so much, Dr. Anuj Bansal, for making this heavy topic so understandable, like कि layman भी relate कर सकता है and समझ सकता है। बहुत बहुत धन्यवाद। थैंक यू। So listeners, याद रखिए, कैंसर का डर सोल्यूशन नहीं है, अवेयरनेस है। टाइमली स्क्रीनिंग, हेल्दी लाइफस्टाइल और सही इंफॉर्मेशन, यही है आज के टाइम का रियल प्रोटेक्शन। मिलते हैं नेक्स्ट एपिसोड में एक और हेल्थ कॉन्वर्सेशन के साथ। तो अंटिल देन, टेक केयर ऑफ योरसेल्फ एंड योर लव्ड वंस।